ਤਾਂ ਜਦੋਂ ਇਲੈਕਸ਼ਨਸ ਨੇੜੇ ਆਉਂਦੀਆਂ ਜੀ ਉਦੋਂ ਹੀ 84 ਯਾਦ ਆਉਂਦੀ, ਉਦੋਂ ਹੀ 84 ਯਾਦ ਆਉਂਦੀ। ਸਿੱਖੀਜ਼ਮ ਤੇ ਸਿੱਖ ਚਿਹਰਿਆਂ ਨੂੰ ਵਰਤਿਆ ਜਾਂਦਾ। ਆਪ ਦੇਸ਼ ਸਾਰਾ ਕਹਿੰਦਾ ਵੀ ਸਿੱਖ ਕੌਮ ਦਲੇਰ ਕੌਮ ਹੈ। ਕੀ ਉਹ ਦਲੇਰ ਕੌਮ ਜਿਹੜੀ ਸਾਰੀ ਉਮਰ ਲਈ ਸੈਕਰੀਫਾਈਸਿਸ ਕਰਨ ਲਈ ਬੈਠੀ? ਸਿਆਸਤਾਂ ਜਿਹੜੀਆਂ ਰਾਜਨੀਤੀ ਉਹ ਭਾਰੂ ਹੈ। ਅੱਜ ਕੌਮ ਨੂੰ ਤੇ ਕੌਮ ਦੇ ਦਰਦਾਂ ਨੂੰ ਲੁਕਾਉਣ ਲਈ ਪਿੱਛੇ ਫੋਰਸੇਬਲੀ ਪਾਵਰਸ ਚੱਲ ਰਹੀਆਂ। ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਕਿਸਾਨ ਇਹ ਕਹਿ ਹੀ ਰਿਹਾ ਸਰਕਾਰ ਨੂੰ ਕਿ ਸਾਨੂੰ ਲੋੜ ਨਹੀਂ, ਫਿਰ ਇਹ ਧੱਕਾ ਕਾਹਤੇ ਕੀਤਾ ਜਾ ਰਿਹਾ? ਕੀ ਕਿੱਥੇ ਫਾਇਦਾ ਕਿਸਾਨਾਂ ਦਾ ਨਹੀਂ ਬਲਕਿ ਕਿਸੇ ਹੋਰ ਦਾ? ਹਰ ਜਥੇਬੰਦੀ ਕਿਸੇ ਨਾ ਕਿਸੇ ਪਾਰਟੀ ਜਾਂ ਲੀਡਰ ਦੇ ਹੱਥਾਂ 'ਚ ਕਠਪੁਤਲੀ ਬਣੀ ਹੋਈ ਹੈ। ਬਿਲਕੁਲ। ਉਹ ਸਿਆਸਤਾਂ ਤੇ ਰਾਜਨੀਤੀ ਉਹਨਾਂ ਜਥੇਬੰਦੀਆਂ ਤੋਂ ਇਹ ਕੁੱਟ ਕਲੇਸ਼ ਕਰਾਉਂਦੇ। ਆ ਬਾਈਕਾਟ ਕਰੋ ਜੀ ਸਟ੍ਰਿਕਟ ਫਾਰਵਰਡਲੀ ਕਿ ਭਾਈ ਬੀਜੇਪੀ ਗਵਰਨਮੈਂਟ ਦੇ ਆਗੂ ਅਸੀਂ ਨਹੀਂ ਜਿਤਾਉਂਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦੇ। ਮੈਂ ਤਰਲੋਚਨ ਸਿੰਘ ਗਿੱਲਾਂ। ਜਦੋਂ ਵੀ ਇਸ ਨਵੰਬਰ ਦਾ ਮਹੀਨਾ ਸ਼ੁਰੂ ਹੁੰਦਾ, ਸਿੱਖ ਭਾਈਚਾਰੇ ਦੇ ਅੰਦਰ ਇੱਕ ਪੀੜ ਉੱਠਦੀ ਆ। ਉਹਦਾ ਕਾਰਨ ਦਿੱਲੀ ਦੇ ਵਿੱਚ ਹੋਏ 1984 ਦੇ ਵਿੱਚ ਨਵੰਬਰ ਦੇ ਪਹਿਲੇ 3 ਦਿਨ ਜਿਹੜਾ ਉਹਨੂੰ ਅਸੀਂ ਦੰਗੇ ਨਹੀਂ ਕਹਿ ਸਕਦੇ। ਦੰਗੇ ਉਹ ਹੁੰਦੇ ਨੇ ਜਿੱਥੇ ਦੋ ਧਰਮਾਂ ਦੇ ਲੋਕ ਆਪਸ ਵਿੱਚ ਭਿੜਦੇ ਨੇ, ਪਰ ਇਹਨੂੰ ਅਸੀਂ ਨਸਲਕੁਸ਼ੀ ਕਹਿ ਸਕਦੇ ਹਾਂ ਵੱਡੇ ਲੈਵਲ ਦੇ ਉੱਤੇ। ਉਸ ਤੋਂ ਬਾਅਦ ਨਵੰਬਰ 1984 ਦੇ ਵਿੱਚ ਜਦੋਂ ਇਹ ਹੋਇਆ ਸਾਰਾ, ਉਸ ਤੋਂ ਇੱਕ ਦਿਨ ਪਹਿਲਾਂ 31 ਅਕਤੂਬਰ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦਾ ਕਤਲ ਹੁੰਦਾ। ਤੇ 1 ਨਵੰਬਰ ਨੂੰ ਪੂਰੇ ਭਾਰਤ ਦੇ ਵਿੱਚ ਇਸ ਚੀਜ਼ ਦਾ ਰੋਸ ਵਜੋਂ ਦਿੱਲੀ ਦੇ ਵਿੱਚ ਖਾਸ ਕਰਕੇ ਨਾਅਰੇ ਲੱਗਦੇ ਨੇ, ਖੂਨ ਦਾ ਬਦਲਾ ਖੂਨ ਦੇ। ਇੱਥੇ ਜ਼ਿਕਰਯੋਗ ਇਹ ਵੀ ਆ ਕਿ ਜੇਕਰ ਨੱਥੂ ਰਾਮ ਗੌਡਸੇ ਮਹਾਤਮਾ ਗਾਂਧੀ ਨੂੰ ਮਾਰਦਾ, ਉਦੋਂ ਉਸ ਭਾਈਚਾਰੇ ਜਾਂ ਉਸ ਕੌਮ ਦੇ ਨਾਲ ਕਿਸੇ ਤਰੀਕੇ ਦਾ ਕੁਝ ਨਹੀਂ ਹੁੰਦਾ। ਜਦੋਂ ਰਾਜੀਵ ਗਾਂਧੀ ਨੂੰ ਤਾਮਿਲ ਲੋਕ ਮਾਰਦੇ ਨੇ, ਉਦੋਂ ਕੁਝ ਨਹੀਂ ਹੁੰਦਾ। ਤੇ ਉਸੇ ਰਾਜੀਵ ਗਾਂਧੀ ਵੱਲੋਂ ਇੱਕ ਬਿਆਨ ਆਉਣਾ ਕਿ ਜਦੋਂ ਵੱਡਾ ਦਰਖਤ ਗਿਰਦਾ ਤਾਂ ਧਰਤੀ ਹਿੱਲਦੀ ਆ, ਪਰ ਉਹ ਧਰਤੀ ਇਕੱਲੀ ਸਿੱਖਾਂ ਦੇ ਲਈ ਕਿਉਂ ਹਿੱਲੀ, ਜਾਂ ਉਹ ਦਰਖਤ ਆ ਜਿਹੜਾ ਉਹ ਇਕੱਲਾ ਸਿੱਖਾਂ ਦੇ ਉੱਤੇ ਕਿਉਂ ਡਿੱਗਿਆ। ਇਸੇ ਸੰਬੰਧ ਦੇ ਵਿੱਚ ਮੈਂ ਅੱਜ ਗੱਲ ਕਰਨ ਪਹੁੰਚਿਆ। ਯੂਥ ਆਗੂ ਨੇ ਲੁਧਿਆਣਾ, ਜਿਹੜੇ ਕਿ ਪੱਛਮੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਿਹੜੇ ਨੇ ਪ੍ਰੈਜ਼ੀਡੈਂਟ ਨੇ, ਪੱਛਮੀ ਇਲਾਕੇ ਦੇ ਹਲਕਾ ਇੰਚਾਰਜ ਨੇ, ਤੇ SDF ਦੇ ਯੂਥ ਜਿਹੜੇ ਕਹਿ ਸਕਦੇ ਆ ਕਿ ਚਿਹਰੇ ਨੇ ਕਾਲਜਾਂ ਦੇ ਵਿੱਚ, ਜਿਹੜੀ ਹੁਣ ਤੱਕ ਇਹ ਰਾਜਨੀਤੀ ਨੂੰ ਕਹਿ ਸਕਦੇ ਆ ਕਿ ਉਹ ਪ੍ਰਫੁੱਲਤ ਕਰਨ ਵਾਲੇ ਮੇਰੇ ਨਾਲ ਵੀਰ ਜਸਪ੍ਰੀਤ ਸਿੰਘ ਹੌਬੀ ਨੇ। ਆਓ ਉਹਨਾਂ ਨਾਲ ਗੱਲ ਕਰਦੇ ਆ ਇਹਨਾਂ ਵਿਸ਼ਿਆਂ ਦੇ ਉੱਤੇ ਕਿ ਕਿਵੇਂ ਸਿੱਖਾਂ ਨੇ ਇਹ ਪੀੜ ਹੰਢਾਈ, ਕਿਵੇਂ ਅੱਜ ਤੱਕ ਉਸ ਪੀੜ ਦਾ ਦਰਦ ਆ ਜਿਹੜਾ ਕਿਵੇਂ ਸਿੱਖਾਂ ਦੇ ਅੰਦਰ ਆ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਾਈਮ ਮੁੱਦੇ ਤੇ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਤੁਹਾਡੇ ਚੈਨਲ ਦੀ। ਜਿਹੜਾ ਭਾਜੀ ਮੈਂ ਸ਼ੁਰੂਆਤ ਕੀਤੀ ਕਿ ਨਵੰਬਰ 1984 ਦੇ ਵਿੱਚ ਜਦੋਂ ਇਹ ਸਿੱਖਾਂ ਦਾ ਕਤਲੇਆਮ ਹੋਇਆ, ਅੱਜ ਤੱਕ ਲੋਕ ਉਸ ਚੀਜ਼ ਦਾ ਦਰਦ ਨਹੀਂ ਭੁੱਲ ਸਕੇ। ਇਹ ਜਦੋਂ ਇਕੱਲਾ ਸਿੱਖਾਂ ਨਾਲ ਹੀ ਕਿਉਂ? ਕਿਉਂਕਿ ਜਦੋਂ ਮਹਾਤਮਾ ਗਾਂਧੀ ਨੂੰ ਨੱਥੂ ਰਾਮ ਗੌਡਸੇ ਮਾਰਦਾ, ਉਹਨਾਂ ਦੇ ਉਸ ਨੱਥੂ ਰਾਮ ਗੌਡਸੇ ਦੀ ਕੌਮ ਦੇ ਉੱਤੇ ਜਾਂ ਉਸ ਭਾਈਚਾਰੇ ਦੇ ਨਾਲ ਕਿਸੇ ਤਰੀਕੇ ਦਾ ਕੋਈ ਇੱਥੇ ਕੁਝ ਨਹੀਂ ਹੁੰਦਾ। ਉਸ ਤੋਂ ਬਾਅਦ ਰਾਜੀਵ ਗਾਂਧੀ ਦਾ ਕਤਲੇਆਮ ਹੁੰਦਾ, ਉਹਨਾਂ ਨਾਲ ਨਹੀਂ, ਇਕੱਲਾ ਸਿੱਖਾਂ ਦੇ ਨਾਲ ਹੀ ਕਿਉਂ ਹੋਇਆ? ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜਿਹੜਾ 1984 ਦਾ ਜੋ ਵੀ ਆਪਣੀ ਸਿੱਖੀਜ਼ਮ ਨਾਲ ਹੋਇਆ, ਇਹਦੇ 'ਚ ਕੋਈ ਦੋ ਰਾਏ ਨਹੀਂ, ਬਹੁਤ ਕਲੀਅਰ ਹੈ। ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ। ਚਲੋ ਮੈਂ ਇਸ ਵੀਡੀਓ 'ਚ ਧਰਮਾਂ ਤੋਂ ਉੱਠ ਕੇ ਉੱਪਰ ਗੱਲ ਕਰਦਾ। ਕੋਈ ਵੀ ਧਰਮ ਹੋਵੇ ਜੀ, ਚਾਹੇ ਉਹ ਹਿੰਦੂਇਜ਼ਮ ਹੈ, ਸਿੱਖੀਜ਼ਮ ਹੈ, ਕੋਈ ਵੀ, ਕਿਸੇ ਵੀ ਧਰਮ ਨੂੰ ਜਦੋਂ ਤੁਸੀਂ ਮਾਨਸਿਕ ਤੌਰ ਤੇ ਜਾਂ ਸਰੀਰਕ ਤੌਰ ਤੇ ਮਾਰਦੇ ਹੋ ਜੀ, ਉਹਦਾ ਜਿਹੜਾ ਦਰਦ ਹੈ, ਉਹਦਾ ਜਿਹੜਾ ਗਮ ਹੈ, ਉਹ ਅੰਡਰਸਟੂਡ ਹੈ, ਉਸ ਕੌਮ 'ਚ ਰਹਿੰਦਾ ਹੀ ਹੈ ਜੀ। ਇੱਦਾਂ ਹੀ ਹੋਇਆ 1984 'ਚ। ਜੋ ਵੀ ਕਾਂਗਰਸ ਪਾਰਟੀ ਦੀ ਦੇਸ਼ ਦੀ ਸਰਕਾਰ ਵਿੱਚ ਜੋ ਉਹਨਾਂ ਵੱਲੋਂ ਕੀਤਾ ਗਿਆ ਭਲੀ ਭਾਂਤ ਆਪਾਂ ਜਾਣੂ ਆ ਜੀ। ਔਰ ਹੈਰਾਨਗੀ ਦੀ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਵੀ ਸਿੱਖੀਜ਼ਮ ਨਾਲ ਕਿਉਂ ਹੋਇਆ, ਜੀ,
ਜੇ ਕਾਂਗਰਸ ਗਵਰਨਮੈਂਟ ਨੇ ਜਾਂ ਕਾਂਗਰਸ ਦੀ ਪਾਰਟੀ ਸਰਕਾਰ ਨੇ ਇਹ ਰਾਇਟਸ ਨੂੰ ਜੇ ਮੋਟੀਵੇਟ ਕੀਤਾ, ਉਸ ਤੋਂ ਬਾਅਦ 10 ਸਾਲ ਬੀਜੇਪੀ ਦੀ ਗਵਰਨਮੈਂਟ ਰਹੀ ਹੈ ਜਾਂ ਹੁਣ ਵੀ ਚੱਲ ਰਹੀ ਹੈ ਜੀ, ਤੇ ਉਹਨਾਂ ਨੇ ਵੀ ਉਸ ਚੀਜ਼ ਤੇ ਅੱਜ ਤੱਕ ਉਸ ਇਸ਼ੂ ਤੇ ਕੋਈ ਜਸਟੀਫਿਕੇਸ਼ਨ ਨਹੀਂ ਦਿੱਤੀ। ਜੀ, ਜਦੋਂ ਉਹ ਦਿਨ ਆਉਂਦੇ ਆ 1984 ਨਵੰਬਰ ਵਾਲੇ, ਵੱਡੇ ਵੱਡੇ ਆ ਜਿਹੜੇ ਸਿੱਖ ਆਗੂ ਸਾਡੇ, ਇਹ ਮੈਂ ਅੱਜ ਵੀ ਸੁਣ ਰਿਹਾ ਸੀਗਾ, ਦਿੱਲੀ ਦੇ SGPC ਦੇ ਪ੍ਰਧਾਨ, ਐ ਹੋ ਗਿਆ ਜੀ, ਉਹ ਹੋ ਗਿਆ ਜੀ, ਫਲਾਣਾ। ਮੁੱਕਦੀ ਗੱਲ ਇਹ ਹੈ ਕਿ ਸਿਆਸਤਾਂ ਜਿਹੜੀਆਂ ਰਾਜਨੀਤੀ ਉਹ ਭਾਰੂ ਹੈ। ਅੱਜ ਕੌਮ ਨੂੰ ਤੇ ਕੌਮ ਦੇ ਦਰਦਾਂ ਨੂੰ ਲੁਕਾਉਣ ਲਈ ਪਿੱਛੇ ਫੋਰਸੇਬਲੀ ਪਾਵਰਸ ਚੱਲ ਰਹੀਆਂ। ਅੱਛਾ, ਜੇ ਆਪਾਂ ਅੱਜ ਮੈਂ ਇਹ ਨਹੀਂ ਕਹਿੰਦਾ ਕਿ ਖਾਲਿਸਤਾਨ 2020 ਵੀ ਚੰਗਾ ਜਾਂ ਮਾੜਾ, ਮੈਂ ਇਹ ਕਹਿਣਾ ਵੀ ਜਿਹੜਾ ਕੁਝ ਹੋ ਚੁੱਕਾ ਹੈ ਐਟਲੀਸਟ ਉਹਦੀ ਜਸਟੀਫਿਕੇਸ਼ਨ ਤਾਂ ਹੋਵੇ ਅੱਜ ਤੱਕ। ਬਿਲਕੁਲ ਜੀ, ਉਹਦਾ ਕੋਈ ਰਿਜ਼ਲਟ ਤਾਂ ਨਿਕਲੇ। ਇਹ ਤਾਂ ਉਹ ਗੱਲ ਹੋ ਗਈ ਵੀ ਕਾਂਗਰਸ ਦੀ ਉਸ ਵੇਲੇ ਦੀ ਸਰਕਾਰ ਨੇ ਇੱਕ ਬੂਟਾ ਲਾਇਆ ਤੇ ਹੁਣ ਦੀਆਂ ਸਰਕਾਰਾਂ ਉਹਨੂੰ ਪਾਣੀ ਦੇ ਰਹੀਆਂ। ਤਾਂ ਜਦੋਂ ਇਲੈਕਸ਼ਨਸ ਨੇੜੇ ਆਉਂਦੀਆਂ ਜੀ, ਉਦੋਂ ਹੀ 84 ਯਾਦ ਆਉਂਦੀ ਹੈ। ਉਦੋਂ ਹੀ 84 ਯਾਦ ਆਉਂਦੀ ਹੈ। ਕਾਰਨ ਕੀ ਹੈ? ਬਾਰਡਰਾਂ ਤੋਂ ਲੈ ਕੇ ਤੇ ਰਾਜਨੀਤਿਕ ਅਦਾਰਿਆਂ ਤੱਕ ਸਿੱਖੀਜ਼ਮ ਤੇ ਸਿੱਖ ਚਿਹਰਿਆਂ ਨੂੰ ਵਰਤਿਆ ਜਾ ਰਿਹਾ। ਆਪ ਦੇਸ਼ ਸਾਰਾ ਕਹਿੰਦਾ ਵੀ ਸਿੱਖ ਕੌਮ ਦਲੇਰ ਕੌਮ ਹੈ। ਕੀ ਉਹ ਦਲੇਰ ਕੌਮ ਜਿਹੜੀ ਸਾਰੀ ਉਮਰ ਲਈ ਸੈਕਰੀਫਾਈਸਿਸ ਕਰਨ ਲਈ ਬੈਠੀ ਹੈ? ਮਰਨ ਲਈ ਬੈਠੀ ਹੈ ਜੀ। ਸੈਕਰੀਫਾਈਸ ਵਨ ਆਫ ਦਾ ਸੇਮ। ਮਰਨ ਲਈ ਬੈਠੀ ਹੈ। ਅੱਛਾ, ਅੱਜ ਆਪਣੀ ਇੰਟਰਵਿਊ ਚੱਲ ਰਹੀ ਹੈ। ਮੈਂ ਸਟ੍ਰੇਟ ਫਾਰਵਰਡ ਇਸ ਇੰਟਰਵਿਊ ਚ ਕਹਿਣਾ ਕਿ ਮੈਂ ਇੱਕ ਪੋਲੀਟੀਕਲ ਪ੍ਰੋਫਾਈਲ ਬੰਦਾ, ਤੁਸੀਂ ਵੀਡੀਓ ਆਪਣੀ ਚੱਲਦੀ ਹੋਣੀ ਹੈ, ਕਈ ਖਾਲਿਸਤਾਨ ਸੋਚ ਵਾਲੇ ਉੱਥੇ ਕਮੈਂਟਸ ਕਰਨਗੇ, ਕਈ ਮੈਂ ਕੁਝ ਹਿੰਦੂ ਜਥੇਬੰਦੀਆਂ ਨੇ ਉਹ ਵੀ ਨੈਗੇਟਿਵ ਕਮੈਂਟ। ਅਸੀਂ ਤਾਂ ਪੋਲੀਟੀਕਲ ਬੰਦੇ, ਸਾਡੀ ਸਾਰਿਆਂ ਦੀ ਡਿਊਟੀ ਰਲ ਕੇ ਇਹ ਹੈ ਵੀ ਹਰ ਇੱਕ ਕੌਮ ਨੂੰ ਪਹਿਲਾਂ ਤਾਂ ਕਿਸੇ ਤਰ੍ਹਾਂ ਦਾ ਆਪਾਂ ਵਿਕਟਿਮ ਬਣਾਉਣ ਤੋਂ ਗਰੇਜ਼ ਕਰੀਏ, ਕਿਸੇ ਕੌਮ ਨੂੰ ਵੱਡੇ ਪੱਧਰ ਤੇ ਦਰਦ ਦੇਣ ਤੋਂ ਗਰੇਜ਼ ਕਰੀਏ, ਤੇ ਜੇ ਹੋ ਗਿਆ ਤਾਂ ਫਿਰ ਉਹਨੂੰ ਹੀਲ ਕਰੀਏ, ਉਹਨੂੰ ਜ਼ਖਮਾਂ ਨੂੰ ਹੀਲ ਕਰੀਏ। ਇਹੀ ਗੱਲ ਮੈਂ ਤੁਹਾਨੂੰ ਵਿੱਚੋਂ ਟੋਕਣ ਲੱਗਿਆ, ਮਾਫ ਕਰਨਾ, ਕਿ ਜਦੋਂ ਕਾਂਗਰਸ ਸਰਕਾਰ ਉਸ ਟਾਈਮ ਕਰਦੀ ਆ ਤੇ ਉਸ ਤੋਂ ਬਾਅਦ ਜਦੋਂ ਹੁਣ ਇਲੈਕਸ਼ਨ ਆਉਂਦੇ ਨੇ, ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ, ਉਹ ਰੌਲਾ ਪਾ ਲੈਂਦੇ ਨੇ ਜੀ 84 ਦੇ ਵਿੱਚ ਇਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਜਦ ਕਿ ਬੀਜੇਪੀ ਦੇ ਜਿਹੜੇ ਲਾਲ ਕ੍ਰਿਸ਼ਨ ਅਡਵਾਨੀ ਨੇ ਉਹ ਆਪਦੀ ਬੁੱਕ ਦੇ ਵਿੱਚ ਇਹ ਗੱਲ ਲਿਖਦੇ ਨੇ ਕਿ ਅਸੀਂ ਫੋਰਸ ਕੀਤਾ ਇੰਦਰਾ ਗਾਂਧੀ ਨੂੰ, ਅਤੇ ਉਹਨਾਂ ਨੇ ਕਿਤਾਬ 'ਚ ਇਹ ਵੀ ਕਿਹਾ ਕਿ ਇਹ ਤਾਂ ਬਹੁਤ ਵਧੀਆ ਹੋਇਆ ਦਰਬਾਰ ਸਾਹਿਬ ਤੇ ਹਮਲਾ ਹੋਣਾ ਲੇਟ ਕੀਤਾ। ਬਾਦਲ ਪਰਿਵਾਰ ਨੂੰ ਤਾਂ ਜਿਹੜਾ ਹੋਣਾ ਉਹ ਪ੍ਰੈਕਟੀਕਲੀ ਇਹਨਾਂ ਨੇ ਕੀਤਾ ਕਿ ਸਿਆਸੀ ਸਟੰਟ ਹੈ, ਜਿਹੜਾ ਹੁਣ ਬੀਜੇਪੀ ਨਾਲ ਨਾਤਾ ਤੋੜਿਆ ਖੇਤੀ ਕਾਨੂੰਨਾਂ ਨੂੰ ਲੈ ਕੇ। ਮੇਰਾ ਖਿਆਲ ਤਾਂ ਜੇ ਅਡਵਾਨੀ ਸਾਹਿਬ ਦੀ ਉਸ ਬੁੱਕ ਤੇ ਉਸ ਸਟੇਟਮੈਂਟ ਨੂੰ ਹੀ ਇਹ ਬੇਸ ਬਣਾ ਲੈਂਦੇ ਤੇ ਇਹਨਾਂ ਨੂੰ ਪਹਿਲਾਂ ਹੀ ਤੋੜ ਦੇਣਾ ਚਾਹੀਦਾ ਸੀ। ਮਤਲਬ ਦੇਖਿਆ ਜਾਵੇ ਤਾਂ ਬਾਦਲ ਫੈਮਿਲੀ ਦਾ, ਬਾਦਲ ਸਰਕਾਰ ਦਾ, ਦੇਖੋ ਆਪਾਂ ਬਾਦਲ ਸਰਕਾਰ, ਬਾਦਲ ਦਲ ਕਹਿ ਰਹੇ ਹਾਂ, ਪਰ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਇੰਪੋਰਟੈਂਟ ਹੋਏ ਕਿ ਉਹ ਇੱਕ ਸਿੱਖ ਤੇ ਸਿੱਖ ਪੰਥ ਦੀ ਜਮਾਤ ਹੈ। ਬਿਲਕੁਲ ਜੀ, ਬਿਲਕੁਲ। ਆਪਾਂ ਕਿਉਂ ਸਾਰੇ ਕਹਿੰਦੇ ਆ ਜਾਂ ਤੁਸੀਂ ਕਿਉਂ ਕਹਿੰਦੇ ਹੋ ਜਾਂ ਲੋਕ ਐਂਟੀ ਫੋਰਸਿਸ ਬਾਦਲ ਕਿਉਂ ਕਹਿ ਰਹੀਆਂ ਨੇ? ਉਹ ਠੀਕ ਕਹਿ ਰਹੀਆਂ ਨੇ, ਬਿਕੋਜ਼ ਬਾਦਲ ਪਰਿਵਾਰ ਜੇ ਸਰਕਾਰਾਂ ਵਿੱਚ ਬੈਠਾ ਰਿਹਾ, ਉਹ ਤੋਂ ਪਹਿਲਾਂ ਉਹ ਆਪ ਇੱਕ ਸਿੱਖ ਪਰਿਵਾਰ, ਔਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਉਹ ਸਿੱਖ ਕੌਮ ਦੀ ਜਮਾਤ ਸੀ, ਜਿਹੜੀ ਖੂਨ ਚੋਂ ਨਿਕਲੀ ਸੀਗੀ, ਸ਼ਹੀਦਾਂ ਦੇ ਖੂਨ ਚੋਂ ਨਿਕਲੀ ਸੀ। ਬੇਸਿਕਲੀ ਉਹ ਪੰਥਕ ਜਮਾਤ ਹੈ, ਪੰਥਕ ਜਮਾਤ ਹੈ। ਤੇ ਜਿਹੜੀ ਤੁਸੀਂ ਅਡਵਾਨੀ ਸਾਹਿਬ ਵਾਲੀ ਗੱਲ ਕਹੀ ਹੈ, ਇਹ ਕੋਈ ਨਵੀਂ ਗੱਲ ਥੋੜੀ ਹੈ। ਬਿਲਕੁਲ ਜੀ, ਇਹ ਤਾਂ ਬਹੁਤ ਪੁਰਾਣੀ ਗੱਲ ਹੈ, ਔਰ ਸਾਡੇ ਵਰਗਿਆਂ ਨੂੰ ਬਹੁਤ ਪਹਿਲਾਂ ਦਾ ਪਤਾ ਜੀ। ਪਰ ਇਹ ਤੁਹਾਨੂੰ ਮੈਂ ਉਸ ਤੋਂ ਪਹਿਲਾਂ ਕਹਿ ਕੇ ਹਟਿਆ ਵੀ ਕੌਮਾਂ ਨੂੰ ਤਾਂ ਮਿਸਯੂਜ਼ ਕੀਤਾ ਜਾਂਦਾ ਜੀ। ਸਿਆਸੀ ਤੇ ਰਾਜਨੀਤਿਕ ਅਦਾਰੇ ਜਿਹੜੇ ਉਹ ਭਾਰੂ ਹੁੰਦੇ ਨੇ। ਚਾਹੀਦਾ ਕੀ ਹੈ? ਹਿੰਦੂ ਜਥੇਬੰਦੀਆਂ, ਸਿੱਖ ਜਥੇਬੰਦੀਆਂ, ਉਹ ਜਾਂ ਕਿਸੇ ਵੀ ਧਰਮ ਦੀ ਕੋਈ ਜਥੇਬੰਦੀ, ਉਹ ਆਪਣੇ ਧਰਮਾਂ ਦੇ ਹੱਕਾਂ ਦੀ ਰਾਖੀ ਕਰੇ ਜੀ, ਤੇ ਕਿਸੇ ਤੇ ਅਟੈਕ ਨਾ ਕਰੇ। ਜਿਹੜੀ ਹਰ ਜਥੇਬੰਦੀ ਕਿਸੇ ਨਾ ਕਿਸੇ ਪਾਰਟੀ ਜਾਂ ਲੀਡਰ ਦੇ ਹੱਥਾਂ 'ਚ ਕਠਪੁਤਲੀ ਬਣੀ ਹੋਈ ਹੈ। ਬਿਲਕੁਲ ਜੀ। ਉਹ ਸਿਆਸਤਾਂ ਤੇ ਰਾਜਨੀਤੀ ਉਹਨਾਂ ਜਥੇਬੰਦੀਆਂ ਤੋਂ ਇਹ ਕੁੱਤ ਕਲੇਸ਼ ਕਰਾਉਂਦੇ ਨੇ। ਜਿਹੜਾ ਮੈਂ ਦੇਖਾਂ ਕਿ ਪੰਜਾਬ ਨਾਲ 47 ਤੋਂ ਲੈ ਕੇ ਹੀ ਧੱਕਾ ਹੋਇਆ। ਜਦੋਂ ਵੰਡ ਹੋਈ 1947 ਦੀ, ਉਦੋਂ ਭਾਰਤ ਦੀ ਵੰਡ ਨਹੀਂ ਹੋਈ, ਉਦੋਂ ਪੰਜਾਬ ਦੀ ਵੰਡ ਹੋਈ। ਪੰਜਾਬ ਨੂੰ ਉਦੋਂ ਤੋਂ ਹੀ ਇਦਾਂ ਦੀਆਂ ਕੁਝੀਆਂ ਚਾਲਾਂ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਮੈਂ ਅੱਜ ਦੇ ਵਿਸ਼ੇ ਤੇ ਆਵਾਂ ਤਾਂ ਜਿਹੜਾ ਨਵੰਬਰ ਦੇ ਵਿੱਚ ਇਹ ਸਾਰਾ ਵਾਪਰਿਆ ਬਹੁਤ ਦੁਖਦਾਈ ਸੀ।
ਤੇ ਅੱਜ ਦਾ ਸਮਾਂ ਵੀ ਦੇਖ ਲਈਏ ਕਿ ਅੱਜ ਪੰਜਾਬ ਨੂੰ ਮਾਰਨ ਦੇ ਲਈ ਆ ਜਿਹੜੇ ਖੇਤੀ ਕਾਨੂੰਨ ਬਿੱਲ ਲੈ ਕੇ ਆਉਂਦੇ ਨੇ, ਜਿਹਦੇ ਲਈ ਸੜਕਾਂ ਦੇ ਉੱਤੇ ਨੇ ਲੋਕ। ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਕਿਸਾਨ ਇਹ ਕਹਿ ਹੀ ਰਿਹਾ ਸਰਕਾਰ ਨੂੰ ਕਿ ਸਾਨੂੰ ਲੋੜ ਨਹੀਂ, ਫਿਰ ਇਹ ਧੱਕਾ ਕਾਹਤੇ ਕੀਤਾ ਜਾ ਰਿਹਾ? ਕੀ ਕਿੱਥੇ ਫਾਇਦਾ ਕਿਸਾਨਾਂ ਦਾ ਨਹੀਂ ਬਲਕਿ ਕਿਸੇ ਹੋਰ ਦਾ? ਇਹਦੇ 'ਚ ਨਾ ਮੈਂ ਤੁਹਾਨੂੰ ਇੱਕ ਛੋਟੀ ਜੀ ਇਸ ਮੀਡੀਆ ਤੁਹਾਡੇ ਚੈਨਲ ਰਾਹੀਂ ਇੱਕ ਗੱਲ ਦੱਸਣੀ ਚਾਹੁੰਦਾ। ਥੋੜੀ ਹਿਸਟਰੀ 'ਚ ਜਾਣਾ ਮੈਂ। ਜੀ ਜੀ। ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਨਾਅਰਾ ਲਾਇਆ ਸੀ ਕਿ ਆਪਣੇ ਇੱਕ ਪਰਿਵਾਰ 'ਚੋਂ ਇੱਕ ਬੰਦਾ ਇੱਕ ਦਿਨ ਦਾ ਅੰਨ ਛੱਡੇ ਜੀ ਤਾਂ ਕਿ ਸਾਰਿਆਂ ਤੱਕ ਰੋਟੀ ਪਹੁੰਚ ਸਕੇ। ਜੀ। ਆਫਟਰ ਦੈਟ ਜਵਾਹਰ ਲਾਲ ਨਹਿਰੂ ਜੀ ਆ ਗਏ। ਫਿਰ ਉਹਨਾਂ ਨੇ ਹਰਾ ਇਨਕਲਾਬ ਦਾ ਨਾਅਰਾ ਲਾਇਆ। ਲਾਲ ਬਹਾਦਰ ਸ਼ਾਸਤਰੀ ਜੀ ਉਹਨਾਂ ਨੇ ਹਰਾ ਇਨਕਲਾਬ ਦਾ, ਜਵਾਹਰ ਲਾਲ ਨਹਿਰੂ ਜੀ ਉਹਨਾਂ ਨੇ, ਇਹਨਾਂ ਨੇ ਮਤਲਬ ਦੇਸ਼ ਦੀਆਂ ਸਰਕਾਰਾਂ ਨੇ ਇਹਨਾਂ ਨੇ ਦੇਖਿਆ ਕਿ ਪੰਜਾਬ ਦਾ ਜਿਹੜਾ ਪੰਜਾਬੀ ਹੈ ਨਾ ਉਹ ਮਿਹਨਤੀ ਹੈ ਜੀ। ਇਹਨਾਂ ਨੇ ਪੰਜਾਬੀਆਂ ਨੂੰ ਮੋਟੀਵੇਟ ਕਰਕੇ ਹਰਾ ਇਨਕਲਾਬ ਮੂਹਰੇ ਕਰਕੇ ਸ਼ਬਦ ਕਣਕ ਝੋਨਾ ਸ਼ੁਰੂ ਕਰਾਤਾ ਜੀ। ਹੋਇਆ ਕਿ ਉਹ ਜਦੋਂ ਪਹਿਲਾਂ ਤਾਂ ਸਿਰਫ ਪੰਜਾਬ ਕਣਕ ਤੇ ਝੋਨੇ ਨੂੰ ਉਗਾਉਂਦਾ ਸੀ ਜੀ, ਫਿਰ ਹੌਲੀ ਹੌਲੀ ਰਾਜਸਥਾਨ MP ਸਾਰੇ ਕਰਨ ਲੱਗ ਗਏ। ਇਹ ਚਾਲ ਹੀ ਨਹੀਂ ਦੇਸ਼ ਦੀ ਗਵਰਨਮੈਂਟ ਦੀ ਸਮਝ ਰਹੇ ਲੋਕ। ਜੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਫਾਊਂਡੇਸ਼ਨ ਹੋਈ। ਜੀ। ਹੁਣ ਬੇਸਿਕਲੀ ਕੀ ਹੋ ਰਿਹਾ ਹੈ, ਦੂਜੀਆਂ ਸਟੇਟਾਂ ਤੋਂ ਹੁਣ ਕਣਕ ਝੋਨਾ ਫੂਡ ਕਾਰਪੋਰੇਸ਼ਨ ਰਾਹੀਂ ਸਰਕਾਰਾਂ ਕੋਲੇ ਪਹੁੰਚ ਰਿਹਾ। ਬਿਲਕੁਲ ਜੀ। ਇਹ ਤਾਂ ਤੁਸੀਂ ਨਾ ਇੱਕ ਪ੍ਰਤਾਪ ਸਿੰਘ ਬਾਜਵਾ ਦੀ ਜੀ ਇੱਕ ਇੰਟਰਵਿਊ ਹੈ ਉਹਦੇ 'ਚ ਸੁਣਿਓ। ਉਹਦੇ 'ਚੋਂ ਖੁਦ ਮੰਨੇ ਨੇ ਕਿ ਸਾਡੀ UPA 2 ਸਰਕਾਰ ਵੇਲੇ ਇਹਨਾਂ ਦਾ ਮੰਤਰੀ ਸੀ, ਮੈਂ ਨਾਮ ਭੁੱਲ ਗਿਆ, ਸੈਂਟਰ ਮਿਨਿਸਟਰ ਖੇਤੀਬਾੜੀ ਪ੍ਰਤਾਪ ਸਿੰਘ ਬਾਜਵਾ ਮੰਨੇ ਨੇ ਕਿ ਸਾਡੀ UPA ਗਵਰਨਮੈਂਟ ਵੇਲੇ ਸਾਡੇ ਮਿਨਿਸਟਰਾਂ ਨੇ ਸਾਨੂੰ ਕਹਿਣਾ ਸ਼ੁਰੂ ਕਰਤਾ ਸੀ ਕਿ ਬਾਜਵਾ ਸਾਹਿਬ ਕਣਕ ਝੋਨਾ ਜਿਹੜਾ ਹੁਣ ਪੰਜਾਬ ਤੋਂ ਲੈਣਾ ਸਾਨੂੰ ਔਖਾ ਲੱਗਦਾ। ਸਾਡੇ ਬਾਬੂ ਨੇ ਸਾਡੇ ਜਿਹੜੇ ਅਫਸਰ ਨੇ ਉਹ ਤਾਂ ਸਾਨੂੰ ਹੁਣੇ ਹੀ ਕਹਿੰਦੇ ਨੇ ਕਿ ਸਾਡੇ ਕੋਲ ਕਣਕ ਝੋਨਾ ਬਹੁਤ ਹੈ ਜੀ, ਤੁਸੀਂ ਪੰਜਾਬ ਨੂੰ ਕਿਉਂ ਪੰਜਾਬ ਤੋਂ ਕਿਉਂ ਲੈ ਰਹੇ ਹੋ? ਫੂਡ ਕਾਰਪੋਰੇਸ਼ਨ ਆਫ ਇੰਡੀਆ ਬੇਸਿਕਲੀ ਦੇਸ਼ ਦੀ ਸਰਕਾਰ ਬੰਦ ਕਰਨਾ ਚਾਹੁੰਦੀ ਹੈ। ਜੀ ਜੀ। ਜਿਹੜਾ ਪਿੱਛੇ ਰੀਜ਼ਨ ਹੈ ਉਹ ਕਹਿੰਦੀ ਦੇਸ਼ ਦੀ ਸਰਕਾਰ ਕਹਿੰਦੀ ਸਾਨੂੰ ਇੰਨੇ 1000 ਕਰੋੜ ਦਾ ਘਾਟਾ ਹੈ, ਪਰ ਉਹ ਇਹ ਨਹੀਂ ਸੋਚ ਰਹੀ ਵੀ ਉਹ ਘਾਟੇ ਦੇ ਚੱਕਰਾਂ 'ਚ ਉਹ ਆਪ ਦਾ ਘਾਟਾ ਬਚਾਉਣ ਦੇ ਚੱਕਰਾਂ 'ਚ ਕਾਰਪੋਰੇਟ ਹੱਥਾਂ 'ਚ ਇਹ ਸਾਰਾ ਕੁਝ ਦੇ ਕੇ ਮੁੜ ਕੇ ਕਿਸਾਨ ਜ਼ਿਮੀਂਦਾਰ ਰੁਲ ਜੂਗਾ ਜੀ। ਇੱਕ ਸਿਰਫ ਤੇ ਸਿਰਫ FCI ਦਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਘਾਟਾ ਬਚਾਉਣ ਲਈ ਇਹਨਾਂ ਨੇ ਸਾਰੇ ਕਿਸਾਨ ਪੰਜਾਬ ਦੀ ਬਲੀ ਦੇਤੀ। ਦੂਜੀ ਗੱਲ, ਅੱਜ UP ਦੀ ਕਿਸੇ ਮਹਿਲਾ ਅਫਸਰ ਦੀ ਮੈਂ ਵੀਡੀਓ ਸੁਣ ਰਿਹਾ ਸੀ ਜੀ, ਆਈ ਥਿੰਕ ਮੋਬਾਈਲ ਤੇ ਹੀ ਸੁਣ ਰਿਹਾ ਸੀ ਕਿ ਪਤਾ ਨਹੀਂ ਨਾ TV ਤੇ, ਸੋਰੀ ਨਿਊਜ਼ 18 ਤੇ ਚੱਲ ਰਹੀ ਸੀ ਜੀ। ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਕਿ ਜਿੰਨੇ ਵੀ ਪੰਜਾਬ ਦੇ ਸਿੱਖ ਜੀ ਜਾਂ ਜਿੰਨੇ ਵੀ ਸਿੱਖ ਜੀ ਇੱਥੇ ਹੁਣ ਝੋਨਾ ਲੈ ਕੇ ਆਉਣਗੇ ਜੀ, ਅਸੀਂ ਉਹਨਾਂ ਤੋਂ ਨਹੀਂ ਖਰੀਦਾਂਗੇ। ਅੱਜ ਦੀ ਸਵੇਰ ਦੀ ਗੱਲ ਹੈ, ਮਤਲਬ UP ਗਵਰਨਮੈਂਟ ਦੀ ਇੱਕ ਮਹਿਲਾ ਅਫਸਰ ਕਹਿ ਰਹੀ ਹੈ ਕਿ ਜਿੰਨੇ ਵੀ ਸਿੱਖ ਸਰਦਾਰ ਜਿੰਨੇ ਵੀ ਕੋਈ ਝੋਨਾ ਲੈ ਕੇ ਮੰਡੀਆਂ ਵਿੱਚ ਆਉਣਗੇ ਅਸੀਂ ਉਹਨਾਂ ਤੋਂ ਨਹੀਂ ਖਰੀਦਾਂਗੇ। ਦਿਸ ਇਜ਼ ਪਬਲਿਸ਼ਡ ਨਿਊਜ਼। ਫਿਰ ਇੱਥੇ ਕਿਉਂ ਨਾ ਜਿਹੜਾ ਜ਼ਿਮੀਂਦਾਰ ਪਰਿਵਾਰਾਂ ਦਾ, ਕਿਸਾਨਾਂ ਦਾ ਫਿਕਰ ਆ ਉਹ ਜਾਇਜ਼ ਮੰਨਿਆ ਜਾਵੇ ਜੀ। ਇੱਥੇ ਤਾਂ ਕੁੱਤੀ ਵੀ ਚੋਰ ਨਾਲ ਰਲੀ ਹੈ ਜੀ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੈ ਲਓ, ਤੁਸੀਂ ਐਕਸ ਗਵਰਨਮੈਂਟਸ ਲੈ ਲਓ, ਪਰ ਉਹਨਾਂ ਦੇ ਲੱਡੂ ਵੀ ਇਹ ਡਰਾਮੇਬਾਜ਼ੀ ਹੈ। ਉਹਨਾਂ ਦਾ ਲੱਡੂ ਵੀ ਵੰਡਤੇ ਜੀ। ਕਹਿੰਦੇ ਜੀ ਕੈਪਟਨ ਸਾਹਿਬ ਨੇ ਬੜਾ ਵੱਡਾ ਫੈਸਲਾ ਲੈ ਲਿਆ ਜੀ, ਬਿੱਲ ਲਿਆ ਕੇ ਉਹਨਾਂ ਦਾ ਕਾਂਗਰਸ ਦੇ ਵਰਕਰਾਂ ਨੇ ਲੱਡੂ ਵੰਡਤੇ। ਉਹ ਹੋ ਗਿਆ ਸੀ ਜੀ, ਕੋਈ ਦੋ ਰਾਏ ਨਹੀਂ। ਕੈਪਟਨ ਸਰਕਾਰ ਨੇ ਬੜਾ ਅੱਛਾ ਸਟੰਟ ਆਪਣੇ ਵੱਲੋਂ ਖੇਡਿਆ, ਲੇਕਿਨ ਉਹਨਾਂ ਨੇ ਕੋਈ ਬਿੱਲ ਨਹੀਂ ਪੇਸ਼ ਕੀਤਾ ਨਵਾਂ, ਸਿਰਫ ਬਿੱਲ 'ਚ ਸੋਧ ਕੀਤੀ। ਉਹ ਵੀ ਇਹ ਕੀਤੀ, ਉਹ ਦੇਖੋ ਸਟੇਟਾਂ ਕੋਲੇ ਕੁਝ ਅਧਿਕਾਰ ਹੁੰਦੇ ਨੇ ਜੀ, ਜਿੱਦਾਂ ਲਾਅ ਐਂਡ ਆਰਡਰ ਹੈ ਜਿਹੜਾ ਉਹ ਹੋਮ ਮਿਨਿਸਟਰੀ ਸਟੇਟਾਂ ਕੋਲੇ ਇੰਡੀਵਿਜੂਅਲ ਹੁੰਦੀ ਹੈ ਜੀ, ਉਦਾਂ ਹੀ ਇਹਨਾਂ ਕੋਲ ਕੁਝ ਅਧਿਕਾਰ ਹੁੰਦੇ ਨੇ। ਇਹਨਾਂ ਨੇ ਉਹਦੇ 'ਚ ਸੋਧ ਕਰਤੀ। ਇਹਦੇ 'ਚ ਕੋਈ ਦੋ ਰਾਏ ਨਹੀਂ। ਲੋਕਾਂ ਨੂੰ ਲੱਗਣ ਲੱਗ ਗਿਆ ਸੀ ਵੀ ਸਰਕਾਰ ਕਾਂਗਰਸ ਦੀ ਇਸ ਫੈਸਲੇ ਤੇ ਰਿਪੀਟ ਹੋ ਜੂ ਜੀ, ਪਰ ਇਹਨਾਂ ਨੂੰ ਇਹ ਪੁੱਛੋ ਵੀ ਜੇ ਤੁਸੀਂ ਐਡਾ ਹੀ ਵਧੀਆ ਫੈਸਲਾ ਕੀਤਾ ਸੀ ਤੇ ਅਕਾਲੀ ਦਲ ਤੇ ਆਪ ਦੋਨੇ ਪਾਰਟੀਆਂ ਇਹ ਬਾਅਦ ਵਿੱਚ ਬੈਕ ਆਊਟ ਕਿਉਂ ਕਰ ਗਈਆਂ? ਬਿਲਕੁਲ ਅੰਦਰ ਸਹਿਮਤੀ ਦੇ ਆਏ, ਬਾਹਰ ਆ ਕੇ ਕਹਿੰਦੇ ਜੀ ਤਾਂ ਗਲਤ ਆ। ਹੁਣ ਅੱਜ ਨਵਾਂ ਇੱਕ ਤੀਰ ਛੱਡਤਾ ਜੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਂਸ ਪਾਰਟੀ ਤੇ ਉਹ ਜਿਹੜਾ ਕੀ ਹੈ ਸੁਖਪਾਲ ਖਹਿਰਾ ਪਾਰਟੀ, ਇਹਨਾਂ ਦੋ MLAs ਨਾਲ ਕੀ ਹੋ ਜੂ ਜੀ? ਬੈਂਸ ਪਾਰਟੀ ਜਿਹੜੀ ਲੋਕ ਇਨਸਾਫ ਪਾਰਟੀ ਜੋ ਦੋ MLA ਨੇ, ਬੈਂਸ ਸਾਹਿਬ ਦੋਨੇ ਬ੍ਰਦਰਸ ਨੇ, ਉਹ ਕੱਲੇ ਜੇ ਤੁਹਾਨੂੰ ਸਹਿਮਤੀ ਦੇ ਰਹੇ ਨੇ, ਚਲੋ ਉਹਨਾਂ ਦੀ ਇੱਕ ਸੋਚ ਹੋ ਸਕਦੀ ਪੰਜਾਬ ਦੇ ਲਈ,
ਪਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਪੁੱਛੋ ਕਿ ਤੁਸੀਂ ਜਿਹੜਾ ਰਾਸ਼ਟਰਪਤੀ ਕੋਲ ਜਾ ਰਹੇ ਹੋ, ਤੁਹਾਡੇ ਨਾਲ ਮੇਜਰ ਪਾਰਟੀ ਤਾਂ ਕੋਈ ਚੱਲਣ ਨੂੰ ਤਿਆਰ ਨਹੀਂ, ਕੋਈ ਨਹੀਂ ਜਾ ਰਿਹਾ ਜੀ। ਬਿਲਕੁਲ ਦੈਟ ਮੀਨਸ ਇਹ ਪਲੇਇੰਗ ਡਾਲਸ ਵਾਲੀ ਗੇਮ ਖੇਡ ਰਹੇ ਨੇ, ਗੁੱਡੀਆਂ ਪਟੋਲਿਆਂ ਵਾਲੀ। ਤੇ ਫਿਰ ਨੁਕਸਾਨ ਇਹਦੇ ਵਿੱਚ ਤਾਂ ਲੋਕਾਂ ਦਾ ਹੀ ਹੋ ਰਿਹਾ ਜੀ, ਕਿਸਾਨਾਂ ਦਾ ਹੋ ਰਿਹਾ, ਜ਼ਿਮੀਦਾਰ ਦਾ ਟੋਟਲੀ ਨੁਕਸਾਨ ਹੈ ਜੀ। ਜ਼ਿਮੀਦਾਰ ਨੂੰ ਜੇ MSP ਨਹੀਂ ਮਿਲੂਗੀ, ਜ਼ਿਮੀਦਾਰ ਨੂੰ ਜੇ ਉਹਨੂੰ ਸਪੋਰਟ ਹੀ ਨਹੀਂ ਮਿਲੂਗੀ, ਚਾਹੇ ਇਹਨੂੰ ਮਤਲਬ ਤਾਂ ਕੀ ਕਰੂਗਾ ਉਹ? ਮੈਂ ਇੱਥੇ ਤੁਹਾਡੀ ਗੱਲ ਨੂੰ ਉਹੀ ਜੋੜਦਾ ਕਿ ਜਿਹੜੀ ਹਰੀ ਕ੍ਰਾਂਤੀ ਦੀ ਗੱਲ ਕਰਦੇ ਆ ਆਪਾਂ, ਹਰੀ ਕ੍ਰਾਂਤੀ ਦੀ ਲੋੜ ਪੰਜਾਬ ਨੂੰ ਨਹੀਂ ਸੀ, ਹਰੀ ਕ੍ਰਾਂਤੀ ਦੀ ਲੋੜ ਭਾਰਤ ਨੂੰ ਸੀ। ਮੈਂ ਇਹ ਗੱਲ ਤੁਹਾਨੂੰ ਤਾਂ ਦੱਸੀ ਸੀ ਵੀ ਜਿਹੜੀ ਤੁਸੀਂ ਰॉयट्स ਤੋਂ ਗੱਲ ਸ਼ੁਰੂ ਕੀਤੀ ਜੀ, ਮੈਂ ਤਾਂ ਤੁਹਾਨੂੰ ਪਿੱਛੇ ਤਾਂ ਲੈ ਕੇ ਗਿਆ ਵੀ ਹਮੇਸ਼ਾ ਹੀ ਪੰਜਾਬ ਨਾਲੇ ਹੋਇਆ, ਪੰਜਾਬ ਦੀ ਫੌਜ ਤੋਂ ਲੈ ਕੇ ਤੇ ਪੰਜਾਬ ਦੇ ਜ਼ਿਮੀਦਾਰ ਨੂੰ ਪਹਿਲਾਂ ਵਰਤਿਆ ਗਿਆ ਦੇਸ਼ ਲਈ ਜੀ। ਜਦੋਂ ਉੱਲੂ ਸੱਦਾ ਹੋ ਗਿਆ, ਉਹਨਾਂ ਨੇ ਕਿਹਾ ਨਾ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ, ਪੰਜਾਬ ਦੇ ਵਿੱਚ ਸਿਰਫ ਪੰਜਾਬੀ ਹੀ ਇੱਕ ਖੂਨ ਹੈ ਜਿਹਦੇ ਪੱਲੇ ਕੁਛ ਹੈਗਾ। ਸਰਕਾਰਾਂ ਕੀ ਸਮਝਦੀਆਂ ਪੰਜਾਬ ਨੂੰ? 13 ਸੀਟਾਂ ਨੇ ਜੀ। ਮੈਂ ਪੁਰਾਣੀਆਂ ਗੱਲਾਂ ਤੁਹਾਨੂੰ ਦੁਹਰਾਉਣਾ, ਬਾਦਲ ਸਾਹਿਬ ਪਿੱਛੇ ਜਦੋਂ ਮੁੱਖ ਮੰਤਰੀ ਸੀ, ਜਦੋਂ ਪਾਰਲੀਮੈਂਟ 'ਚ ਕਿਤੇ ਜਾਂਦੇ ਸੀਗੇ ਤੇ ਇਹ ਕਿਹਾ ਜਾਂਦਾ ਹੁੰਦਾ ਸੀ ਦੇਸ਼ ਦੀ ਸਰਕਾਰ ਵੱਲੋਂ, ਆਹ ਪੰਜਾਬ ਵਾਲੇ ਵੀ ਆ ਗਏ ਨੇ, ਇਹਨਾਂ ਦੀ ਵੀ ਸੁਣ ਲਓ। ਉਹ ਦੇਸ਼ ਦੀ ਸਰਕਾਰ ਨੂੰ ਜਦੋਂ ਯੂਪੀ ਤੋਂ 200 ਸੀਟਾਂ ਆਉਣੀਆਂ, ਪੰਜਾਬ ਤੋਂ 13 ਨਹੀਂ ਆਉਣੀਆਂ, ਅਗਲੇ ਕਹਿੰਦੇ ਨੇ ਇਹਨਾਂ ਨੂੰ ਵਰਤੋ, ਯੂਜ਼ ਐਂਡ ਥਰੋ ਕਰੋ, ਹੋਰ ਇਹਨਾਂ ਦੇ ਪੱਲੇ ਕੱਖ ਨਹੀਂ। ਫਿਰ ਕੀ ਲੱਗਦਾ ਜੀ ਭਵਿੱਖ ਦੇ ਵਿੱਚ ਕਿਵੇਂ ਬਚੂਗਾ ਪੰਜਾਬ, ਕਿੱਦਾਂ ਬਚਾਇਆ ਜਾ ਸਕਦਾ? ਕਿਉਂਕਿ ਅਕਾਲੀ ਦਲ ਬਾਦਲ ਦੇ ਵਿੱਚੋਂ ਜਿਹੜੇ ਉਹਨਾਂ ਨੂੰ ਸਮਝਣ ਲੱਗ ਗਏ, ਉਹ ਸਾਈਡਾਂ ਤੇ ਹੋਣ ਲੱਗ ਗਏ। ਜਿਵੇਂ ਕਿ ਤੁਹਾਡੀ ਪਾਰਟੀ ਦੀ ਵੀ ਗੱਲ ਕਰ ਲਈਏ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੀ ਅਲੱਗ ਹੋਏ ਨੇ, ਟਕਸਾਲੀ ਹੋ ਗਏ, ਢੀਂਡਸਾ ਸਾਹਿਬ ਹੋਣੀ, ਅਸੀਂ ਤਕਰੀਬਨ ਸਾਰੇ ਇਕੱਠੇ ਹੀ ਆ ਜੀ। ਤੇ ਮੇਰਾ ਇੱਕ ਹੋਰ ਵੀ ਇੱਥੇ ਮੈਨੂੰ ਇੱਕ ਗੱਲ ਲੱਗਦੀ ਆ ਕਿ ਜਦੋਂ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਸਾਰੀਆਂ ਪਾਰਟੀਆਂ ਵਾਲੇ ਝੰਡੇ ਛੱਡ ਕੇ ਆਪਦੇ ਪਰੇ ਆ ਜਾਣ ਤਾਂ ਸਾਡੇ ਵਿੱਚ ਬਹਿ ਜਾਣ ਆ ਕੇ, ਤਾਂ ਅਸੀਂ ਨਾਲ ਸਾਥ ਸਮਝਾਂਗੇ, ਪਰ ਫਿਰ ਉਹ ਪਾਰਟੀਆਂ ਝੰਡੇ ਕਿਉਂ ਨਹੀਂ ਛੱਡ ਰਹੀਆਂ ਜੀ? ਐਕਚੁਅਲੀ ਪ੍ਰੋਬਲਮ ਪਤਾ ਕੀ ਜੀ, ਪੋਲਿਟਿਕਸ ਜਿਹੜਾ ਸ਼ਬਦ ਹੈ ਨਾ, ਇਹ ਆਪਣੇ ਘਰੋਂ ਸ਼ੁਰੂ ਹੋ ਜਾਂਦਾ ਜੀ। ਤੁਸੀਂ, ਮੈਂ ਤਾਂ ਅਰਦਾਸ ਕਰਦਾ ਪ੍ਰਮਾਤਮਾ ਨੂੰ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਰਹਿਣ ਜੀ। ਕੁਛ ਆਸ ਹੈ, ਇਹ ਸਰਕਾਰਾਂ ਦਾ ਕੋਈ ਪਤਾ ਨਹੀਂ ਹੁੰਦਾ, ਇਹਨਾਂ ਨੂੰ ਖੰਡਾਉਣ ਦੇ ਚੱਕਰਾਂ 'ਚ ਵੀ ਲੱਗੇ ਹੋਣ। ਬਿਲਕੁਲ, ਜੇ ਕਿਸਾਨ ਜਥੇਬੰਦੀਆਂ ਹੀ ਇਕੱਠੀਆਂ ਨਾ ਰਹੀਆਂ ਜੀ ਹੋਰ 2 ਮਹੀਨੇ ਜੀ, ਤਾਂ ਫਿਰ ਕਿਸੇ ਕਿਸਾਨ ਨੂੰ ਕੁਝ ਨਹੀਂ ਮਿਲਣਾ। ਲੱਗਦਾ ਕਿ ਸੰਘਰਸ਼ ਫਿਰ ਇੰਨਾ ਲੰਬਾ ਲੈ ਜਾਣਗੇ ਜਾਂ ਚਲੇ ਜਾਣਗੇ? ਸੰਘਰਸ਼ ਲੈ ਕੇ ਜਾ ਨਹੀਂ ਰਹੇ, ਬੇਸਿਕਲੀ ਸੰਘਰਸ਼ ਆਟੋਮੈਟਿਕਲੀ ਜਾ ਰਿਹਾ, ਕਿਉਂਕਿ ਹੁਣ ਕਿਸਾਨ ਜਥੇਬੰਦੀਆਂ ਦਾ ਮੁੱਦਾ ਥੋੜੀ ਹੈ ਇਹ ਜੀ। ਇਹ ਜਿਹੜੇ ਸਿੰਗਰ ਤੁਰੇ ਫਿਰਦੇ ਨੇ, ਇਹਨਾਂ ਦਾ ਮੁੱਦਾ ਥੋੜੀ ਹੈ। ਉਹ ਤੁਹਾਡਾ ਦੀਪ ਸਿੱਧੂ ਕੇ ਕੀ ਨਾਂ ਉਹਦਾ, ਜਿਹੜਾ ਸਨੀ ਦਿਓਲ ਦਾ ਸੀਗਾ ਚੇਲਾ ਟਾਈਪ ਜਿਹਾ, ਉਹ ਮੋਰਚਾ ਲਾ ਕੇ ਬੈਠਾ, 20 ਬੰਦੇ ਨਹੀਂ ਉੱਥੇ ਇਕੱਠੇ ਹੁੰਦੇ। ਰੌਲਾ ਹੀ ਇਹ ਹੈ, ਜਦੋਂ ਆਪਣੇ ਖੂਨ 'ਚ ਸਿਆਸਤ ਆ ਜਾਂਦੀ ਹੈ ਨਾ, ਉਦੋਂ ਆਪਣੇ ਏਜੰਡੇ ਤੇ ਮੁੱਦੇ ਉਹ ਫਿੱਕੇ ਪੈ ਜਾਂਦੇ ਨੇ, ਆਪਣੀ ਪਬਲਿਸਿਟੀ ਵੱਧ ਹੋ ਜਾਂਦੀ। ਉਹ ਕਹਿੰਦਾ ਜੀ ਮੈਂ ਤਾਂ ਪਾਰਟੀ ਕੱਢਣੀ ਹੈ ਇਹਦੇ ਵਿੱਚੋਂ, ਕਹਿੰਦਾ ਜੀ ਉਹਨੇ ਕੱਢਣੀ ਹੋਈ ਪਾਰਟੀ ਹੈ, ਫਿਰ ਤਾਂ ਆਪੇ ਹੀ ਉਹਨੇ ਦੱਸਤਾ। ਇਹਦਾ ਮਤਲਬ ਫਿਰ ਉਹ ਕਿਸਾਨ ਹਿਤੈਸ਼ੀ ਥੋੜੀ ਹੋਇਆ। ਬਿਲਕੁਲ ਜੀ। ਫਿਰ ਤਾਂ ਉਹ ਆਪਦਾ ਉੱਲੂ ਸਿੱਧਾ ਕਰਨਾ, ਉਹ ਬਲਦੀ ਅੱਗ ਤੇ ਵਰਦੀਆਂ ਗੋਲੀਆਂ 'ਚ ਉਹਨੇ ਆਪਣੀ ਰੋਟੀ ਸੇਕਣੀ। ਚਲੋ ਮੈਂ ਉਹਦੇ ਬਾਰੇ ਆਪਾਂ ਕਿਉਂ ਗੱਲ ਕਰਨੀ, ਇਟ ਇਜ਼ ਨਾਟ ਵੈਰੀ ਇੰਪੋਰਟੈਂਟ। ਉਹਦੇ ਨਾਲ ਗੱਲ ਪੰਜਾਬ ਦੇ ਮੈਂ ਤਾਂ ਗੱਲ ਇਹ ਕਰਨੀ ਚਾਹੁੰਦਾ ਵੀ ਮਹਾਰਾਜ ਕਿਰਪਾ ਕਰਨ, ਕਿਸਾਨ ਜਥੇਬੰਦੀਆਂ ਇਕੱਠੀਆਂ ਰਹਿਣ। ਦੇਖੋ ਪਹਿਲਾਂ ਲੱਖੋਵਾਲ ਨੇ ਯੂ ਟਰਨ ਮਾਰਿਆ, ਬਿਲਕੁਲ ਜੀ, ਉਹ ਕੀ ਹੈ, ਇਹ ਸਿੰਪਟਮਸ ਨੇ। ਪਾਰਟੀਆਂ ਵੱਡੀਆਂ ਸਰਕਾਰਾਂ ਹੁਣ ਇਹਨਾਂ ਨੂੰ ਖੰਡਾਉਣ ਦੇ ਚੱਕਰਾਂ 'ਚ ਅੱਗੇ ਆਉਣਗੀਆਂ। ਕਿਤੇ ਇਹਨਾਂ ਨੂੰ ਖਿਲਾਰਨ ਦੇ ਚੱਕਰ ਦੇ ਵਿੱਚ ਪੰਜਾਬ ਨਾਲ ਕੋਈ ਵੱਡਾ ਧੱਕਾ ਤਾਂ ਨਹੀਂ ਕੀਤਾ ਜਾ ਸਕਦਾ? ਗੱਲ ਤਾਂ ਤੁਸੀਂ ਜਿਹੜੀ ਗੱਲ ਕੀ ਨਾ, ਸੰਘਰਸ਼ ਖਿੱਚ ਕੇ ਲੈ ਗਏ ਜੀ। ਦੇਖੋ ਇੱਕ ਰੇਲ ਗੱਡੀ ਹੁੰਦੀ ਹੈ, ਇਹ ਕਦੇ ਨਾ ਭੁੱਲਿਓ, ਜੇ ਇੰਜਨ 15 ਡੱਬੇ ਖਿੱਚਦਾ ਨਾ ਤੇ ਉਹ 15 ਡੱਬੇ ਵੀ ਮੁੜ ਕੇ ਇੰਜਨ ਨੂੰ ਧੱਕਦੇ ਨੇ। ਇਹ ਤਾਂ ਪੰਜਾਬ ਦਾ ਕਿਸਾਨ ਜਥੇਬੰਦੀਆਂ ਨੂੰ ਬੈਠਣ ਨਹੀਂ ਦੇ ਰਿਹਾ। ਉਹ ਕਿਹੜੇ ਮੂੰਹ ਨਾਲ ਬੈਠਣ ਜੀ? ਕਿਉਂਕਿ ਮਾਮਲਾ ਅੱਜ ਮੈਂ ਮੰਨ ਲਓ ਇੱਕ ਸਟੂਡੈਂਟਸ ਫੈਡਰੇਸ਼ਨ ਜਥੇਬੰਦੀ SDF ਦਾ ਪ੍ਰਧਾਨ ਆ, ਮੈਂ ਜੇ ਕੋਈ ਫੈਸਲਾ ਕਰੂੰਗਾ ਤੇ ਜੇ ਸਾਡੇ ਕਾਲਜਾਂ ਦੇ ਸਟੂਡੈਂਟ ਹੀ ਨਹੀਂ ਮੈਨੂੰ ਕਰਨ ਦੇਣਗੇ, ਮੈਂ ਤਾਂ ਆਪਦੇ ਛਤਰਾਂ ਦੇ ਡਰ ਨੂੰ ਆਪੇ ਉੱਤੇ ਦਰੀਆਂ ਡਾ ਕੇ ਬੈਠੂੰਗਾ। ਪਰ ਜਿਹੜਾ ਆ ਨਵੇਂ ਸਿੰਗਰਾਂ ਨੇ, ਕਿਸਾਨ ਜਥੇਬੰਦੀਆਂ ਲਈ ਇਹੀ ਅਰਦਾਸ ਹੈ ਕਿ ਉਹ ਇਹ ਰਾਜਸੀ ਤੇ ਸਿਆਸੀ ਧਿਰਾਂ ਦੀ ਕੋਈ ਚਾਲ ਵਿੱਚ ਨਾ ਆ ਜਾਣ, ਡਟੇ ਰਹਿਣ। ਬਾਕੀ ਜਿਹੜਾ ਸਿੰਗਰਾਂ ਮੈਂ ਤਾਂ ਤੁਹਾਨੂੰ ਮੈਨੂੰ ਤਾਂ ਲੱਗਦਾ ਜੀ ਸਿੰਗਰ ਵੀ ਜਿਹੜੇ ਨੇ ਉਹ ਸਿਰਫ ਇਸੇ ਕਰਕੇ ਨਾਲ ਬੈਠੇ ਨੇ ਕਿ ਜੇ ਕਿਸਾਨ ਮਰ ਗਿਆ ਤਾਂ ਸਾਡੀ ਤਾਂ ਰੋਜੀ ਰੋਟੀ ਮਰ ਜਾਣੀ। ਉਹ ਆਪਦੇ ਹਿੱਤ ਲਈ ਬੈਠੇ, ਇਹਦਾ ਮੈਂ ਕਿਸਾਨਾਂ ਦਾ ਹਿੱਤ ਨਹੀਂ ਕਿਹਾ ਜਾ ਸਕਦਾ। ਉਹ ਤਾਂ ਦੇਖੋ ਇੱਕ ਬੜੀ ਸਪਸ਼ਟ ਗੱਲ ਹੈ ਜੀ, ਉਹ ਹਰ ਇੱਕ ਨੂੰ ਆਪਦਾ ਲਾਲਚ ਤਾਂ ਹੁੰਦਾ ਜੀ। ਪਰ ਮੈਂ ਇੱਕ ਗੱਲ ਤੁਹਾਡੇ ਮੀਡੀਆ ਨਾਲ ਹੀ ਪੁੱਛਣਾ ਚਾਹੁੰਦਾ, ਮੈਂ ਅੱਜ ਸਵੇਰੇ ਜਾਂ ਕੱਲ ਸਵੇਰੇ ਇੱਕ ਬਾਹਰ 20 ਬੰਦਿਆਂ ਦਾ ਧਰਨਾ ਲਾ ਦਿੰਦਾ ਜੀ,
ਵਾਟ ਇਜ਼ ਦਾ ਲੌਜਿਕ? ਜੀ ਤੁਸੀਂ ਅੱਜ ਮੀਡੀਆ ਵਾਲੇ ਹੋ, ਤੁਸੀਂ ਅੱਜ ਕੋਈ ਵਪਾਰੀ ਹੋ, ਜਾਂ ਤੁਸੀਂ ਕੁਛ ਹੋ, ਜਾਂ ਮੈਂ ਕੁਛ ਹਾਂ, ਮੈਂ ਕੋਈ ਸੰਸਥਾ ਵਾਲਾ ਵਾਂ, ਜਾਂ ਮੈਂ ਕੋਈ ਸੇਵਾ ਵਾਲਾ ਵਾਂ, ਜਾਂ ਮੈਂ ਕੋਈ ਗੁਰਦੁਆਰਾ ਮੰਦਿਰ ਵਾਲਾ। ਮੁੱਕਦੀ ਗੱਲ ਤਾਂ ਇਹ ਹੈ ਕਿ ਜੇ ਕੋਈ ਵੀ ਨੌਨ ਕਿਸਾਨ ਧਰਨਾ ਲਾ ਰਿਹਾ, ਕੀ ਉਹਦਾ ਮੋਟਿਵ ਕੀ ਹੈ ਜੀ? ਪਹਿਲਾਂ ਉਹਨੂੰ ਇਹ ਪੁੱਛਿਆ ਜਾਵੇ। ਜੀ ਧਰਨਾ ਹੀ ਲਾਉਣਾ ਹੈ, ਸੜਕਾਂ ਦੇ ਬਦਲੇ ਜਾ ਕੇ ਸਰਕਾਰਾਂ ਦੇ ਹਿੱਕੇ 'ਚ ਵੱਜਣ। ਬਿਲਕੁਲ ਜੀ। ਅਸੀਂ ਤੁਸੀਂ ਖੜ ਜਾਓ ਮਹੀਨਾ, ਆ ਜਿੰਨੇ ਆ ਮੋਰਚੇ ਲਾਏ ਹੋਏ ਨੇ, ਇਹ ਮੋਰਚਿਆਂ ਦੇ ਵਿੱਚ ਹੀ ਇੰਟਰਨਲ ਪੋਲਿਟਿਕਸ ਇੰਨੀ ਹੋ ਜਾਣੀ। ਜੀ ਮਤਲਬ ਇਹ ਇਹਨਾਂ ਨੂੰ ਖੰਡਾਉਣ ਦੇ ਲਈ ਰਾਜਨੀਤੀਆਂ ਵਿੱਚ ਚੱਲੀਆਂ ਬਹੁਤ ਵੱਡੀ ਚੱਲ ਰਹੀ ਹੈ। ਔਰ ਅਰਦਾਸ ਕਰੀਏ ਪ੍ਰਮਾਤਮਾ ਅੱਗੇ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਤਕੜੀਆਂ ਰਹਿਣ, ਔਰ ਆਪਾਂ ਅਰਦਾਸ ਵੀ ਉਹਨਾਂ ਲਈ ਕਰੀਏ, ਔਰ ਜੇ ਕੋਈ ਯੋਗਦਾਨ ਹੁੰਦਾ ਉਹ ਵੀ ਪਾਈਏ। ਅਦਰਵਾਈਜ਼ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਵੱਡੇ ਜਿਹੜੇ ਇਹਨਾਂ ਦੇ ਹਾਊਸਿਸ ਤੇ ਵੱਡੇ ਅਡਾਨੀ ਅੰਬਾਨੀਜ਼ ਦੇ ਵੱਡੇ ਗਡਾਊਨਸ, ਇਹ ਹੌਲੀ ਇੰਸਟਾਲ ਵੀ ਹੋ ਰਹੇ ਨੇ। ਸਰਕਾਰ ਤਾਂ ਸਿਰਫ ਡਰਾਮਾ ਕਰਦੀ ਹੈ ਜੀ। ਹੁਣ ਸਟੇਟ ਦੀ ਗਵਰਨਮੈਂਟ, ਮੇਰੀ ਗੱਲ ਸੁਣੋ, ਆ ਮਾੜਾ ਜਿਹਾ ਇਹਨਾਂ ਨੇ ਚੂਚਾਂ ਕੀਤੀ, ਅਗਲਿਆਂ ਨੇ ਜਦੇ ਹੀ ਆਰਡੀਐਫ ਬੰਦ ਕਰਕੇ ਉਹ ਮਾਰਿਆ। ਦੋ ਚੁੰਡੀਆਂ ਅਗਲੇ ਨੇ ਮਾਰੀਆਂ, ਇਹਨਾਂ ਨੇ ਗੋਡੇ ਟੇਕ ਲੈਣੇ ਨੇ ਜੀ। ਤੇ ਫਿਰ ਉਹ ਵਿਚਾਰਾ ਕਿਸਾਨ ਕੀ ਕਰੇ? ਫਿਰ ਮੈਂ ਇਹੀ ਗੱਲ ਕਹਿਣਾ ਜੀ, ਪੰਜਾਬ ਤਾਂ ਉਹ ਉਜਾੜਨ ਤੇ ਲੱਗੇ ਹੋਏ ਨੇ, ਉਜੜਨ ਦੇ ਕੰਢੇ ਦੇ ਉੱਤੇ ਆ। ਫਿਰ ਕਿਹਦੇ ਕੰਨੀ ਦੇਖਣ ਲੋਕ, ਕਿਹਨੂੰ ਮੰਨਣ? ਉਹਦਾ ਕਾਰਨ ਹੈ, ਕੌਣ ਬਚਾ ਸਕਦਾ? ਇੱਕ ਪੰਜਾਬ ਤੇ ਪੰਜਾਬੀ ਸੂਬਾ ਤੇ ਕੌਮ ਏਦਾਂ ਦੀ ਹੈ ਜਿਹੜੀ ਕਿ ਇਹ ਇਤਿਹਾਸ 'ਚ ਵੀ ਲਿਖਿਆ। ਬਿਲਕੁਲ ਜੀ। ਤੁਸੀਂ ਚਲੋ 84 ਦੀ ਗੱਲ ਤੋਂ ਸ਼ੁਰੂ ਕੀਤਾ। 84 'ਚ ਉਦੋਂ ਭਿੰਡਰਾਂ ਵਾਲੇ ਜਿਹੜੇ ਸੰਤ ਸੀਗੇ ਜਾਂ ਸਿੱਖ ਕੌਮ ਦੇ ਹੋਰ ਆਗੂ ਸੀਗੇ, ਉਹਨਾਂ ਤੋਂ ਵੀ ਬੇਸਿਕਲੀ ਸਰਕਾਰਾਂ ਨੂੰ ਡਰ ਸੀ ਜੀ, ਕਿਉਂਕਿ ਉਹ ਬੇਸਿਕਲੀ ਪੰਜਾਬੀ ਸੀ। ਸੋ ਮੈਂ ਇਸ ਚੈਨਲ ਰਾਹੀਂ ਕਹਿਣਾ ਚਾਹੁੰਦਾ ਕਿ ਮੈਂ ਕੋਈ ਖਾਲਿਸਤਾਨ ਸਮਰਥਕ ਨਹੀਂ ਆ, ਮੈਂ ਕਿਸੇ ਹਿੰਦੂ ਜਥੇ ਦਾ ਸਮਰਥਕ ਨਹੀਂ ਆ, ਮੈਂ ਕੋਈ ਸਿੱਖ ਜਥੇਬੰਦੀ ਦਾ ਸਮਰਥਕ ਨਹੀਂ ਆ। ਹਾਂ, ਮੈਂ ਇੱਕ ਸਿੱਖ ਹਾਂ, ਇੱਕ ਸਰਦਾਰ ਆ। ਮੈਨੂੰ ਮੇਰਾ ਮੁੱਦਾ ਪਹਿਲਾਂ ਡਿਸਕਸ ਕਰਨਾ ਠੀਕ ਲੱਗਦਾ, ਔਰ ਸਾਰਿਆਂ ਨੂੰ ਇਹ ਸੁਝਾਏ ਕਿ ਆਪਣੀ ਕੌਮ ਦੀ ਸਭ ਤੋਂ ਪਹਿਲਾਂ ਰਾਖੀ ਕਰਨਾ ਆਪਣਾ ਸਭ ਤੋਂ ਪਹਿਲਾਂ ਫਰਜ਼ ਹੈ। ਪਰ ਮੈਂ ਇੱਥੇ ਜੇ ਤੁਹਾਨੂੰ ਤੁਸੀਂ ਸਿੱਖ ਚਿਹਰੇ ਹੋ, ਸਿੱਖੀ ਦੀ ਗੱਲ ਕੀਤੀ ਆ, ਜੇ ਮੈਂ ਇੱਥੇ ਗਲਤ ਨਾ ਹੋਵਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨਾਂ ਲਈ ਹੀ ਕੁਰਬਾਨੀ ਕੀਤੀ ਸੀ, ਜਿਹੜੇ ਅੱਜ ਆਸਾਨ ਭੁੱਲ ਗਏ ਜੀ। ਇਸ ਦੇਖੋ, ਉਹ ਤਾਂ ਫਿਰ ਭੁੱਲਣ ਵਾਲੇ ਨੂੰ ਸੋਚਣਾ ਚਾਹੀਦਾ ਜੀ। ਆਪਾਂ ਥੈਂਕਲੈਸ ਹੋ ਕੇ ਜੇ ਜ਼ਿੰਦਗੀ ਕੱਢਾਂਗੇ ਨਾ, ਤੇ ਇਹ ਕਦੇ ਨਾ ਭੁੱਲਿਓ ਵੀ ਥੈਂਕਲੈਸ ਹੋਣ ਵਾਲੀ ਜਿਹੜੀ ਰੀਤ ਹੈ ਤੇ ਉਹ ਫਿਰ ਆਪਣੇ ਖੂਨ 'ਚ ਆਉਂਦੀ ਹੁੰਦੀ। ਫਿਰ ਆਪਾਂ ਹਰ ਚੀਜ਼ ਦੇ ਹੀ ਨਾ ਸ਼ੁਕਰੇ ਹੁੰਦੇ। ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ, ਮੈਂ ਕਹਿ ਸਕਦਾ ਵੀ ਹਰ ਇਨਸਾਨ ਇਸ ਸੰਘਰਸ਼ ਦੇ ਵਿੱਚ ਹੁਣ ਕੁੱਦਣ ਲੱਗ ਗਿਆ ਵਾ, ਆਉਣ ਲੱਗ ਗਿਆ ਵਾ। ਲੱਗਦਾ ਕਿ ਸਰਕਾਰਾਂ ਹਟ ਜਾਣਗੀਆਂ ਪਿੱਛੇ। ਦੇਖੋ, ਗੱਲ ਇਹ ਹੈ, ਬਾਲ ਦੇਖੀ, ਬਾਲ ਜੀ ਰਬੜ ਦੀ, ਜਿੰਨੀ ਜ਼ੋਰ ਦੀ ਜ਼ਮੀਨ ਤੇ ਮਾਰੋ ਓਨੀ ਉੱਚੀ ਜਾਂਦੀ ਹੈ ਜੀ। ਸਰਕਾਰਾਂ ਤਾਂ ਕੱਦੀਆਂ ਬੈਠਣਾ ਚਾਹੁੰਦੀਆਂ ਜੀ, ਇਹ ਤਾਂ ਕਿਸਾਨਾਂ ਤੇ ਜਥੇਬੰਦੀਆਂ ਦੇ ਡਰ ਨੂੰ ਨਹੀਂ ਬਹਿੰਦੀਆਂ ਪਈਆਂ ਜੀ। ਮੈਂ ਤੁਹਾਨੂੰ ਹੁਣੇ ਕਹਿ ਕੇ ਹਟਿਆ ਵੀ ਆ ਦੋ ਚੁੰਡੀਆਂ ਮਾਰੀਆਂ ਦੇਸ਼ ਦੀ ਸਰਕਾਰ ਨੇ, ਜਦ ਹੀ ਇਹਨਾਂ ਦੀ ਬੱਸ ਹੋ ਗਈ। ਮੈਂ ਉਹੀ ਕਹਿੰਦਾ ਨਾ ਜੀ, ਕਾਂਗਰਸ ਦੀ ਸਰਕਾਰ ਵੀ ਰਾਜਨੀਤੀਆਂ ਕਰੀ ਜਾਂਦੀ ਆ, ਆਮ ਆਦਮੀ ਪਾਰਟੀ ਵਾਲੇ ਵੀ ਕਰੀ ਜਾਂਦੇ ਆ ਜੀ, ਵਿੱਚ ਆ ਹੋਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ, ਉੱਥੇ ਬੀਬੀ ਜੀ ਸੈਨ ਕਰਕੇ ਆਉਂਦੇ ਆ। ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਇਟ ਇਜ਼ ਆਊਟ ਆਫ ਪੋਲਿਟਿਕਸ ਹੈ, ਪੋਲਿਟਿਕਸ ਦਾ ਹੀ ਇਹ ਨਤੀਜਾ ਹੈ, ਪੋਲਿਟਿਕਸ ਦਾ ਹੀ ਹਿੱਸਾ ਹੈ। ਬਾਦਲ ਫੈਮਿਲੀ ਨੇ ਜਿਹੜੀ ਮਿਨਿਸਟਰੀ ਛੱਡੀ ਹੈ ਜੀ, ਉਹ ਡਰਾਮੇ ਲਈ ਛੱਡੀ ਕਿ ਸੱਚ ਛੱਡੀ, ਪਲੱਸ ਉਸ ਤੋਂ ਬਾਅਦ ਬੀਜੇਪੀ ਨਾਲ ਨਾਤਾ ਤੋੜਿਆ, ਉਹ ਡਰਾਮੇਬਾਜ਼ੀ ਸੀ ਕਿ ਸੱਚ ਸੀ, ਉਹਦੀ ਮੈਂ ਸ਼ਲਾਘਾ ਕਰਦਾ ਜੀ। ਪਰ ਉਹਦਾ ਰੀਜ਼ਨ ਹੈ ਜੀ ਜੀ, ਉਹਦਾ ਰੀਜ਼ਨ ਹੈ ਕਿਉਂਕਿ ਉਹ ਬਾਦਲ ਬਾਅਦ ਚ ਨੇ ਜੀ, ਪਹਿਲਾਂ ਸਿੱਖ ਨੇ, ਪੰਜਾਬੀ ਨੇ, ਸਿੱਖ ਨੇ, ਪੰਜਾਬੀ ਨਹੀਂ। ਪਰ ਮੈਨੂੰ ਬੜੀ ਖੁਸ਼ੀ ਹੋਈ ਉਦੋਂ, ਮੈਂ ਕਿਹਾ ਲੈ ਵੀ ਇਹਨਾਂ ਨੇ ਭਾਵੇਂ ਡਰ ਨੂੰ ਛੱਡਿਆ, ਭਾਵੇਂ ਮਨੋਂ ਛੱਡਿਆ, ਪਰ ਪੰਜਾਬੀਆਂ ਨੂੰ ਇੱਕ ਗੱਲ ਸਮਝ ਆ ਗਈ ਵੀ ਜੇ ਕਰਨ ਤੇ ਆਈਏ ਤਾਂ ਫਿਰ ਆਪਾਂ ਨੂੰ ਕਰਨਾ ਆਉਂਦਾ। ਪਰ 4 ਦਿਨ ਪਹਿਲਾਂ ਤਾਂ ਸਟੇਜ ਦੇ ਉੱਤੇ ਇੱਥੇ ਬੀਬੀ ਜੀ ਮੋਦੀ ਦੀਆਂ ਸਿਫਤਾਂ ਬੜੀਆਂ ਕਰਨ ਲੱਗੇ ਹੋਏ ਸੀ। ਉਹ ਫਿਰ ਹੁਣ ਕੀ ਛੱਡ ਕੇ ਕੋਈ ਲੱਗਿਆ ਹੋਣਾ, ਲਾਸ ਹੋਣਾ, ਇਹ ਪੋਲਿਟਿਕਸ ਹੈ ਜੀ। ਇਹ ਇੱਥੇ ਤਾਂ ਉਹ ਕਹਿੰਦੇ ਨਾ, ਸਿਆਸਤ ਬੜੀ ਗੁੱਝੀ ਧਾਣੀ, ਨਾ ਤੁਸੀਂ ਜਾਣੀ ਨਾ ਮੈਂ ਜਾਣੀ। ਇੱਥੇ ਡੱਡਾ ਪਤਾ ਲੱਗਣ ਦਿੰਦੀਆਂ ਕਿਹੜੇ ਵੇਲੇ ਪੀ ਜਾਂਦੀਆਂ ਪਾਣੀ। ਜੀ ਜੀ ਜੀ। ਇਹ ਤਾਂ ਬਾਦਲ ਫੈਮਿਲੀ ਬੜੀ, ਇਹ ਡਿਪਲੋਮੈਟ ਫੈਮਿਲੀ ਹੈ,
ਇਹਨਾਂ ਨੂੰ ਪਤਾ ਹੈ ਮੌਕੇ ਤੇ ਕੀ ਕਰਨਾ। ਮੈਂ ਆਖਰ ਦੇ ਵਿੱਚ ਜੇ ਤੁਹਾਨੂੰ ਪੁੱਛਾਂ ਕਿ ਫਿਰ ਪੰਜਾਬ ਦੇ ਜਿਹੜੇ ਲੋਕ ਨੇ ਆਸ ਕਿਹਦੇ ਤੋਂ ਰੱਖਣ, ਕੌਣ ਬਚਾ ਸਕਦਾ ਪੰਜਾਬ? ਕੀ ਜਿਹੜੇ ਪੰਜਾਬ ਦੇ ਦਰਦ ਰੱਖਣ ਵਾਲੇ ਆਗੂ ਨੇ ਉਹ ਉਹਨਾਂ ਨੂੰ ਸਿਰ ਜੋੜ ਕੇ ਇਕੱਠੇ ਨਹੀਂ ਹੋ ਜਾਣਾ ਚਾਹੀਦਾ ਕਿ ਹਜੇ ਵੀ ਆਪਦੀਆਂ ਹੈਂਕੜਬਾਜ਼ੀਆਂ 'ਚ ਲੱਗੇ ਹੋਏ ਨੇ? ਦੇਖੋ ਗੱਲ ਇਹ ਹੈ, ਇਹ ਤੁਸੀਂ ਸਵਾਲ ਨਾ ਬੜਾ ਉਹ ਨਾ ਆਫ ਦਾ ਰੋਡ ਪੁੱਛ ਲਿਆ ਜੀ। ਕਹਿੰਦੇ ਨੇ ਇੱਕ ਬੜੀ ਸੋਹਣੀ ਤੁਕ ਸੀ, ਕਹਾਵਤ ਸੀ, ਆਪਾਂ ਰਿਲੀਜੀਅਜ਼ਮ ਤੇ ਲੈਨੇ ਆ ਜੀ। ਕਹਿੰਦੇ ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ। ਬਿਲਕੁਲ ਜੀ। ਇਹੀ ਤੁਕ ਮੈਂ ਹਰ ਇੱਕ ਧਰਮ ਤੇ ਹਰ ਇੱਕ ਕੌਮ ਤੇ ਲੈਣਾ ਜੀ। ਆ ਨਾ ਇਕੱਠੇ ਹੋਣ ਦੇ ਹੀ ਨਤੀਜੇ ਨੇ ਤਰਲੋਚਨ ਜੀ। ਜੀ। ਜਿਹੜਾ ਅੱਜ ਕਿਸਾਨਾਂ ਤੇ ਅੱਗੇ 2 ਬਿੱਲ ਤੁਸੀਂ ਹੋਰ ਸੁਣ ਲਓ। ਹੁਣ ਪਾਣੀਆਂ ਦਾ ਬਿੱਲ ਦੇਸ਼ ਦੀ ਸਰਕਾਰ ਤੁਹਾਡੇ ਤੋਂ ਪਾਸ ਕਰਾਊਗੀ ਡੰਡੇ ਨਾਲ। ਮੈਂ ਤੁਹਾਨੂੰ ਹੁਣੇ ਦੱਸਦਾ, ਪਰਾਲੀ ਦਾ ਬਹੁਤ ਵੱਡਾ ਕਰਤਾ, 1 ਕਰੋੜ ਜੁਰਮਾਨਾ, 5 ਸਾਲ ਦੀ ਸਜ਼ਾ। ਉਹ ਵੀ ਉਸ ਤੋਂ ਅੱਗੇ ਸੁਣ ਲਓ, ਨਵੇਂ ਸਾਲ 'ਚ ਤੁਹਾਨੂੰ ਕੀ ਗਿਫਟ ਮਿਲਣੇ ਨੇ। ਇਹ ਤੁਹਾਨੂੰ ਪ੍ਰੈਡਿਕਸ਼ਨ ਦੱਸ ਰਿਹਾ ਮੈਂ ਜੀ। ਅੱਗੇ 2 ਬਿੱਲ ਆਉਣੇ ਨੇ ਜੀ। ਇੱਕ ਬਿੱਲ ਆਉਣਾ ਪਹਿਲਾਂ, ਸਾਰੇ ਦੇਸ਼ ਦੀਆਂ ਇਹ ਨਹਿਰਾਂ ਨਦੀਆਂ ਇਹ ਇਕੱਠੀਆਂ ਕਰਨ ਜਾ ਰਹੇ ਨੇ। ਨਹਿਰਾਂ ਜਿਹੜਾ ਪਾਣੀਆਂ ਦੇ ਮੁੱਦੇ ਦਾ ਰੌਲਾ ਪੈਂਦਾ ਮੀਨਸ ਉਹਨਾਂ ਨੂੰ ਲਿੰਕ ਕਰਨ ਜਾ ਰਹੇ, ਜਿੱਥੋਂ ਧਰਮ ਯੁੱਧ ਮੋਰਚੇ ਦੀ ਵੀ ਸ਼ੁਰੂਆਤ ਹੁੰਦੀ ਹੈ। ਇਹਨੂੰ ਪੰਜਾਬ ਦਾ ਪਾਣੀ ਤੁਸੀਂ ਕਹਿੰਦੇ ਹੋ। ਆ ਬੈਂਸ ਸਾਹਿਬ ਨੇ ਕਈ ਵਾਰੀ ਕਿਹਾ ਪੰਜਾਬ ਦਾ ਇੰਨਾ ਕਰਜ਼ਾ ਕੁਰਜ਼ਾ, ਕਿਹੜਾ ਸੁਣਦਾ ਯਾਰ? ਤੁਸੀਂ ਦੇਖੋ ਨਾ, ਨਹੀਂ ਆ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਇਹ ਐਂਟੀ ਬੀਜੇਪੀ ਸਰਕਾਰ ਹੈ। ਚਲੋ ਬਾਦਲਾਂ ਹੀ ਤਾਂ ਮੰਨਿਆ, ਉਹ ਤਾਂ ਬੀਜੇਪੀ ਦੀ ਸਰਕਾਰ ਸੀ। ਇਹ ਹੁਣ ਰੌਲਾ ਪਾ ਕੇ ਆਪਣੇ ਪੰਜਾਬ ਸੂਬੇ ਲਈ ਪੈਸਾ ਹੀ ਲਿਆਉਣ ਨਹੀਂ ਪਾਉਂਦੇ। ਦੂਜਾ ਜਿਹੜਾ ਅਗਲਾ ਬਿੱਲ ਆਉਣਾ ਜੀ, ਹੁਣ ਉਹ ਪੋਪੂਲੇਸ਼ਨ ਦਾ ਬਿੱਲ ਆਉਣਾ ਜੀ। ਜੀ। ਦੇਸ਼ ਦੀ ਸਰਕਾਰ ਡੰਡੇ ਨਾਲ ਪੋਪੂਲੇਸ਼ਨ ਦਾ ਬਿੱਲ ਪਾਸ ਕਰੂਗੀ ਆਉਣ ਵਾਲੇ ਸਮੇਂ 'ਚ ਕਿ ਭਾਈ ਇੰਨੇ ਬੱਚੇ ਹੀ ਹੋਣੇ ਚਾਹੀਦੇ ਨੇ। ਗੱਲ ਤੁਸੀਂ ਫੰਡਾਮੈਂਟਲ ਸਮਝੋ। ਤੁਹਾਡੇ ਤੋਂ ਕੰਮ ਕਰਾਇਆ ਜਾ ਰਿਹਾ ਠੋਕ ਕੇ ਡੰਡੇ ਨਾਲ। ਇਹ ਲੋਕਤੰਤਰ ਦਾ ਕਾਰਨ ਹੈ। ਫਿਰ ਮੈਂ ਇੱਥੇ ਉਹੀ ਗੱਲ ਕਰਾਂ ਕਿ ਕਿਸਾਨਾਂ ਦੇ ਨਾਲ ਜੁੜੀ ਹੋਈ ਕਿ ਜਦੋਂ ਤਾਂ ਕੱਲੇ ਦਿੱਲੀ ਦੇ ਵਿੱਚ ਹਰ ਸਾਲ 10,000 ਰਾਵਣ ਬਣਾ ਕੇ ਫੂਕਿਆ ਜਾਂਦਾ ਦੁਸਹਿਰੇ ਵਾਲੇ ਦਿਨ, ਉਹਦੇ ਵਿੱਚ ਵੀ ਤਾਂ ਪਰਾਲੀ ਹੁੰਦੀ ਹੈ ਜੀ। ਉਦੋਂ ਦਿੱਲੀ ਦਾ ਸਾਹ ਨਹੀਂ ਘੁੱਟ ਹੁੰਦਾ। ਜਦੋਂ ਪੰਜਾਬ ਦਾ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤਾਂ ਉਹਦੇ ਲਈ ਐਡੇ ਐਡੇ ਬਿੱਲ ਵੀ ਪਾਸ ਕੀਤੇ ਜਾਂਦਾ। 5 ਕਰੋੜ ਦਾ ਆਪਣੇ 5 ਸਾਲ ਦੀ ਸਜ਼ਾ ਜੀ, 1 ਕਰੋੜ ਦਾ ਜੁਰਮਾਨਾ। ਕੀ ਉਦੋਂ ਨਹੀਂ ਸਾਹ ਘੁੱਟ ਹੁੰਦਾ? ਇਹ ਜਿਹੜੇ ਪਰਾਲੀ ਦਾ ਬਿੱਲ ਤਾਂ ਜਿਹੜਾ ਇਹਨਾਂ ਨੇ ਪਾਸ ਕੀਤਾ ਨਾ, ਇਹ ਤਾਂ ਟੋਟਲੀ ਕਿਸਾਨਾਂ ਨੂੰ ਡੀਮੋਰਲਾਈਜ਼ ਕਰਨ ਲਈ ਕੀਤਾ ਜੀ। ਇਹ ਤਾਂ ਬੜੀ ਸਪਸ਼ਟ ਗੱਲ ਹੈ ਜੀ। ਮੰਨ ਲਓ ਮੇਰੀ ਤੁਹਾਡੇ ਨਾਲ ਕੋਈ ਪ੍ਰੋਬਲਮ ਹੈ, ਉਹ ਕਹਿੰਦੇ ਨਾ ਕੁੱਟ ਕੇ ਪੁੱਤ ਬਣਾਉਣਾ, ਇਹ ਉਹ ਕੰਮ ਹੈ ਜੀ। ਵੀ ਤੁਸੀਂ ਤਾਂ ਮੰਨੇ ਨਹੀਂ, ਹੁਣ ਭਾਈ ਤੁਹਾਨੂੰ ਦੱਸਦੇ ਆ 4 ਲੱਖ ਰੁਪਏ ਪਿੱਛੇ 5 ਲੱਖ ਪਿੱਛੇ ਕਿਸਾਨ ਖੁਦਕੁਸ਼ੀ ਕਰ ਦਿੰਦਾ ਜੀ। 1 ਕਰੋੜ ਕਿੱਥੋਂ ਦਊਗਾ? ਇਹੀ ਤਾਂ ਗੱਲ ਹੈ। ਉਹਨਾਂ ਨੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਫਰੇਮ ਹੀ ਇਦਾਂ ਦਾ ਤਿਆਰ ਕਰ ਦੇਣਾ, ਹਾਰ ਕੇ ਕਿਸਾਨ ਮੱਥਾ ਟੇਕ ਲੂ। ਉਹ ਕਿਉਂਕਿ ਦੇਖੋ ਜਿਹੜੀ ਸ਼ੁਰੂ ਤੋਂ ਰੀਤ ਰਿਵਾਜ ਚੱਲਦੇ ਆਉਂਦੇ ਨੇ, ਪਰਾਲੀ ਸਾੜਨੀ ਹੈ। ਹੁਣ ਕਿਸਾਨ ਤਾਂ ਖਰਚਾ ਹੀ ਬਹੁਤ ਹੋ ਜਾਂਦਾ ਜੀ। ਉਹ ਪਰਾਲੀ ਨਹੀਂ ਸਾੜਦਾ, ਜੇ ਉਹਨੂੰ ਰੀਹਾਰਵੈਸਟ ਕਰਦਾ ਤਾਂ ਉਹ ਤਾਂ ਖਰਚਾ ਹੀ ਬਹੁਤ ਹੈ। ਪਰ ਜੇ ਦੇਖਿਆ ਜਾਵੇ ਤਾਂ ਦੀਵਾਲੀ ਦੇ ਉੱਤੇ ਸਾਡੇ ਦੇਸ਼ ਦੇ ਵਿੱਚ ਅਰਬਾਂ ਖਰਬਾਂ ਦੇ ਪਟਾਕੇ ਚੱਲਦੇ ਆ। ਕੀ ਉਹਦੇ ਨਾਲ ਪ੍ਰਦੂਸ਼ਣ ਨਹੀਂ ਹੁੰਦਾ ਜੀ? ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ? ਉਹ ਤਾਂ ਨਹੀਂ ਹੁੰਦਾ ਜੀ ਕਿ ਉਹ ਫਿਰ ਬੀਜੇਪੀ ਗਵਰਨਮੈਂਟ ਨੂੰ ਪਤਾ ਜੀ ਉਹਨਾਂ ਦਾ ਤਿਉਹਾਰ ਹੈ ਜੀ। ਇਹ ਉਹਨੂੰ ਆਪਦਾ ਤਿਉਹਾਰ ਸਮਝਦੇ ਨੇ ਦੀਵਾਲੀ ਜੀ। ਇਹਨਾਂ ਨੂੰ ਲੱਗਦਾ ਵੀ ਉਹ ਸਾਡਾ ਤਿਉਹਾਰ ਹੈ ਤਾਂ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ। ਮਤਲਬ ਸਾਡੇ ਤੋਂ ਬਾਹਰ ਜਿਹੜਾ ਸਾਡੀ ਨਹੀਂ ਮੰਨੂਗਾ ਉਹ ਨਹੀਂ ਕਰ ਸਕਦਾ। ਬੇਸਿਕਲੀ ਇਟ ਇਜ਼ ਨਾਟ ਅ ਡੈਮੋਕ੍ਰੇਸੀ, ਦਿਸ ਇਜ਼ ਡਿਕਟੇਟਰਸ਼ਿਪ। ਇਹ ਬੀਜੇਪੀ ਗਵਰਨਮੈਂਟ ਤੁਹਾਨੂੰ ਕੁੱਟ ਕੇ ਪੁੱਤ ਬਣਾਉਣਾ ਚਾਹੁੰਦੀ ਹੈ। ਮੈਂ ਨਾ ਤੁਹਾਡੇ ਚੈਨਲ ਰਾਹੀਂ ਕੁਝ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ। ਮੈਂ ਨਾਂ ਨਹੀਂ ਲਊਂਗਾ ਕਿਉਂਕਿ ਮੈਂ ਇੱਕ ਪੋਲੀਟੀਕਲ ਸੋਸ਼ਲ ਆਗੂ ਹਾਂ। ਮੇਰਾ ਕਿਸੇ ਨਾਲ ਨਿੱਜੀ ਕੋਈ ਵੈਰ ਨਹੀਂ ਔਰ ਨਾ ਹੀ ਸਾਡੇ ਲੋਕਾਂ ਦਾ ਹੁੰਦਾ। ਸਿਆਸਤ 'ਚ ਕੋਈ ਦੁਸ਼ਮਣ ਨਹੀਂ ਹੁੰਦਾ ਬਿਲਕੁਲ, ਤੇ ਨਾ ਹੀ ਕੋਈ ਬੜਾ ਦੋਸਤ ਜੀ। ਮੈਂ ਇੱਕ ਅਪੀਲ ਕਰਨੀ ਚਾਹੂੰਗਾ ਤੁਹਾਡੇ ਚੈਨਲ ਰਾਹੀਂ ਵੀ ਜਿਹੜੇ ਲੋਕ ਪੰਜਾਬ ਦੇ ਪਹਿਲੀ ਤਾਂ ਅਪੀਲ ਪੰਜਾਬ ਭਾਜਪਾ ਨੂੰ ਜੀ ਕਿ ਜੇ ਉਹ ਭਾਜਪਾ ਦੇ ਆਗੂ ਨੇ ਪਰ ਹੈ ਤਾਂ ਪੰਜਾਬੀ ਨੇ, ਬਿਲਕੁਲ ਜੀ, ਪਹਿਲਾਂ ਤਾਂ ਉਹਨਾਂ ਨੂੰ ਚਾਹੀਦਾ ਕਿ ਆਪਣੀ ਪਾਰਟੀ ਦੀਆਂ ਅੱਖਾਂ ਖੋਲਣ ਕਿ ਤੁਸੀਂ ਸਾਡੇ ਸੂਬੇ ਨਾਲ ਕੀ ਕਰ ਰਹੇ ਹੋ। ਦੂਜੀ ਗੱਲ ਜੀ, ਜਿੰਨੀਆਂ ਜਥੇਬੰਦੀਆਂ ਨੇ, ਜਿੰਨੀਆਂ ਸੰਸਥਾਵਾਂ ਨੇ, ਇਹ ਇਕੱਠੇ ਹੋਣ, ਇਹ ਡਰਾਮੇਬਾਜ਼ੀ ਤੋਂ ਬਾਹਰ ਆਉਣ। ਐਵੇਂ ਮੈਂ ਹੁਣ ਫਿਰ ਬਾਹਰ ਦੇਖੋ ਕਿਸ ਦਾ ਨਾਮ ਲਊਂਗਾ, ਹੀ ਵਿਲ ਬੀ ਅਟੈਕਡ, ਆਈ ਡੋਂਟ ਵਾਂਟ, ਮੈਂ ਨਹੀਂ, ਆਈ ਡੋਂਟ ਲਾਈਕ ਜੀ। ਇਹ ਡਰਾਮੇਬਾਜ਼ੀ ਛੱਡ ਕੇ ਸਹੀ ਮਾਇਨੇ 'ਚ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਕਰਨ, ਦੇਸ਼ ਦੀ ਗਵਰਨਮੈਂਟ ਦੇ ਕੁਝ ਫੈਸਲਿਆਂ ਦਾ ਬਾਈਕਾਟ ਕਰਨ। ਜਿੱਦਾਂ ਪਿੱਛੇ ਕੋਰੋਨਾ ਵਾਇਰਸ ਦਾ ਸਾਰਾ ਨਜਲਾ
ਆਪਾਂ ਸੱਟਿਆ ਸੀ ਚਾਈਨਾ ਤੇ ਜੀ। ਔਰ ਲੋਕ ਕਹਿਣ ਲੱਗੇ ਸੀ ਕਿ ਵੀ ਵਿਲ ਬਾਈਕਾਟ ਦਾ ਚਾਈਨਾ, ਅਸੀਂ ਚਾਈਨਾ ਦੀਆਂ ਹਰ ਚੀਜ਼ਾਂ ਨਾਲ ਬਾਈਕਾਟ ਕਰਾਂਗੇ ਜੀ। ਬੀਜੇਪੀ ਨਾਲ ਬਾਈਕਾਟ ਕਰਨ ਜੀ ਵੀ ਇਹ ਜਿਹੜੇ ਧਰਨੇ, ਔਰ ਮੈਂ ਤਾਂ ਹੈਰਾਨ ਆ ਯਾਰ, ਬੰਦੇ ਦਾ ਕੰਮ ਹੁੰਦਾ ਕੋਈ ਹੋਰ ਬੰਦਾ ਕਹਿੰਦਾ ਹੁੰਦਾ ਮੈਂ ਤਾਂ ਸਮਾਜ ਸੇਵੀ ਆ ਤੇ ਉਹ ਨਾਅਰੇ ਲਾਉਂਦਾ ਹੁੰਦਾ ਧਰਨਿਆਂ 'ਚ, ਉਹ ਭਲੇ ਮਾਨਸ ਧਰਨੇ ਲਾਉਣ ਨਾਲ ਕੁਛ ਨਹੀਂ ਹੋਊ, ਪਰ ਇੱਕ ਆ ਬਾਈਕਾਟ ਕਰੋ ਜੀ ਸਟ੍ਰਿਕਟ ਫਾਰਵਰਡਲੀ ਕਿ ਭਾਈ ਬੀਜੇਪੀ ਗਵਰਨਮੈਂਟ ਦੇ ਆਗੂ ਅਸੀਂ ਨਹੀਂ ਜਿਤਾਉਣੇ। ਪਰ ਮੈਂ ਇੱਥੇ ਜੇ ਤੁਹਾਡੀ ਗੱਲ ਦੇ ਵਿੱਚ ਜੋੜਾਂ ਕਿ ਅਸੀਂ ਕਿੰਨਾ ਤੋਂ ਆਸ ਰੱਖੀਏ। ਪਿਛਲੇ ਕੁਝ ਦਿਨਾਂ ਤੋਂ ਜਿਹੜਾ ਨਾ ਆਪਣੇ ਟੋਲ ਪਲਾਜ਼ਾ ਲੁਧਿਆਣੇ ਦੇ ਲੋਡੂਵਾਲ ਲੱਗਿਆ ਹੋਇਆ ਧਰਨਾ ਕਿਸਾਨਾਂ ਦਾ, ਮੈਂ ਉਹਦੀ ਕਵਰਿੰਗ ਕਰਨ ਗਿਆ ਜੀ। ਉਹਦੀ ਮੈਂ ਕਵਰਿੰਗ ਕਰਕੇ ਉੱਥੇ ਕੁਝ ਮੈਨੂੰ ਬੰਦੇ ਮਿਲੇ, ਚਲੋ ਜਿੱਦਾਂ ਤੁਸੀਂ ਮੈਨੂੰ ਪਹਿਲਾਂ ਕਹਿੰਦੇ ਹੋ ਕਿ ਤੇਰੇ ਸਵਾਲ ਚੰਗੇ ਹੁੰਦੇ ਜਾਂ ਤੈਨੂੰ ਅਸੀਂ ਸੁਣਦੇ ਆ, ਮੈਂ ਤੁਹਾਨੂੰ ਤੇ ਮੈਂ ਉਹਨਾਂ ਬੰਦਿਆਂ ਨੇ ਵੀ ਉੱਥੇ ਮੈਨੂੰ ਮਿਲੇ, ਐਪਰੀਸ਼ੀਏਟ ਕੀਤਾ ਜੀ। ਉਹ ਕਿਸਾਨਾਂ ਦੇ ਧਰਨੇ ਤੇ ਆਏ ਹੋਏ ਸੀ, ਜਿੰਦਾਬਾਦ ਮੁਰਦਾਬਾਦ ਕਰਦੇ ਸੀ। ਉਸ ਤੋਂ ਨੈਕਸਟ ਡੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸੁਖਵੀਰ ਬਾਦਲ ਜੀ ਆਏ ਹੋਏ ਸੀ, ਉਹ ਬੰਦੇ ਉੱਥੇ ਵੀ ਖੜੇ ਸੀਗੇ ਜੀ। ਫਿਰ ਕੀ ਇਹਨਾਂ ਨੂੰ ਸਮਝ ਨਹੀਂ ਕਿ ਲੋਕ ਸਮਝਣਾ ਨਹੀਂ ਚਾਹੁੰਦੇ? ਇਹ ਤੁਸੀਂ ਬੜਾ ਅੱਛਾ ਸਵਾਲ ਕੀਤਾ। ਜਦ ਤੱਕ ਤੁਹਾਡੇ ਅੰਦਰ ਐਜੂਕੇਸ਼ਨ ਨਹੀਂ ਹੋਏਗੀ ਨਾ ਪ੍ਰੋਪਰ ਜੀ ਕਿ ਆਪਾਂ ਕੀ ਕਰਨਾ ਤੇ ਉਹ ਕਿੱਦਾਂ ਕਰਨਾ, ਜਦ ਤੱਕ ਤੁਸੀਂ ਸਿਰਫ ਕਮਾਂਡ ਤੇ ਚੱਲੋਗੇ ਜੀ ਉਦੋਂ ਤੱਕ ਕੁਝ ਨਹੀਂ ਹੋਣਾ ਜੀ। ਇਹ ਪੋਲੀਟੀਕਲ ਪਾਰਟੀਆਂ ਦੇ ਪਲਾਂਟਡ ਕੀਤੇ ਹੋਏ ਨੇ ਬੰਦੇ। ਮੈਂ ਤੁਹਾਨੂੰ ਇੱਕ ਗੱਲ ਥੋੜੀ ਦੇਰ ਪਹਿਲਾਂ ਕਹੀ ਸੀ ਵੀ ਅਰਦਾਸ ਕਰੋ ਕਿ ਕਿਸਾਨ ਜਥੇਬੰਦੀਆਂ ਕਮਜ਼ੋਰ ਨਾ ਹੋਣ, ਉਹ ਇਹਨਾਂ ਲੋਕਾਂ ਨੇ ਕਰਨੀਆਂ, ਧਿਆਨ ਰੱਖਿਓ। ਮੈਂ ਆਖਰ ਦੇ ਵਿੱਚ ਤੁਹਾਨੂੰ ਲਾਸਟ ਸਵਾਲ ਪੁੱਛਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਨੂੰ ਮੁੱਖ ਰੱਖ ਕੇ ਪੰਜਾਬ ਨੂੰ ਬਚਾਉਣ ਦੀ ਖਾਤਰ ਤੁਹਾਡੀ ਪਾਰਟੀ ਸ਼੍ਰੋਮਣੀ ਟਕਸਾਲੀ ਜਾਂ ਕੁਝ ਸਾਹਿਬ ਜਾਂ ਜਿਵੇਂ ਬੈਂਸ ਸਾਹਿਬ ਨੇ, ਖਹਿਰਾ ਸਾਹਿਬ ਨੇ, ਇਹ ਇਕੱਠੇ ਹੋ ਕੇ ਕੋਈ ਕਰ ਸਕਦੇ ਨੇ ਕਿ ਜੇ ਪੰਜਾਬ ਨੂੰ ਬਚਾਉਣਾ ਹੀ ਆ ਤਾਂ, ਜੇ ਦਰਦ ਸੱਚਮੁੱਚ ਆ ਤਾਂ? ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜਿਹੜੀ ਟਕਸਾਲੀ ਪਾਰਟੀ ਦੀ ਫਾਊਂਡੇਸ਼ਨ ਤੋਂ ਬਾਅਦ ਬਹੁਤ ਫਰਕ ਪਿਆ ਸੀ। ਚਲੋ ਅਨਫੋਰਚੂਨੇਟਲੀ ਬ੍ਰਹਮਪੁਰਾ ਸਾਹਿਬ ਜਿਹੜੇ ਪ੍ਰਧਾਨ ਸੀਗੇ ਉਹ ਬਹੁਤ ਬਿਮਾਰ ਹੋ ਗਏ, ਉਹਦੇ ਕਰਕੇ ਉਹ ਮੂਵਮੈਂਟ, ਚਲੋ ਇਹ ਵੀ ਖੁਸ਼ੀ ਦੀ ਗੱਲ ਹੈ, ਉਹੀ ਮੂਵਮੈਂਟ ਹੁਣ ਢੀਂਡਸਾ ਪਰਿਵਾਰ ਅੱਗੇ ਲਿਜਾ ਰਿਹਾ। ਮੇਨ ਗੱਲ ਇਹ ਹੈ ਵੀ ਜਦ ਤੱਕ ਓਰੀਜਨੈਲਿਟੀ ਤੁਹਾਡੇ 'ਚ ਰਹੇਗੀ, ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਚਾਹੇ ਸਰਕਾਰਾਂ ਨੇ, ਉਦੋਂ ਤੱਕ ਤੁਸੀਂ ਕੋਈ ਵਧੀਆ ਉਪਰਾਲਾ ਤੇ ਵਧੀਆ ਰਿਜ਼ਲਟ ਲੈ ਸਕਦੇ ਹੋ। ਜਦੋਂ ਕੋਈ ਵੀ ਲੀਡਰ ਆਪਣੇ ਸਿਧਾਂਤਾਂ ਨੂੰ ਛੱਡ ਕੇ, ਕੋਈ ਵੀ ਲੀਡਰ ਆਪਣੇ ਏਜੰਡਿਆਂ ਨੂੰ ਛੱਡ ਕੇ ਜਦੋਂ ਕਿਸੇ ਦੀ ਬਾਸਕਟ 'ਚ ਜਾ ਕੇ ਡਿੱਗਦਾ ਹੈ, ਉਦੋਂ ਸਾਰੀ ਦੇ ਸਾਰੀ ਜਿਹੜੀ ਉਹ ਫੋਰਸ ਲੱਗੀ ਹੁੰਦੀ ਹੈ ਨਾ ਜੀ, ਉਹ ਖਤਮ ਹੋ ਜਾਂਦੀ। ਪਰ ਲੋਕਾਂ ਦਾ ਤਾਂ ਇਹ ਵੀ ਕਹਿਣਾ ਜੀ ਕਿ ਜਿਹੜੇ ਆਪਣੇ ਢੀਂਡਸਾ ਸਾਹਿਬ ਅਲੱਗ ਹੋਏ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਾਲੇ ਅਲੱਗ ਹੋਏ ਨੇ ਕਿ ਮੇਰੀ ਬੇਨਤੀ ਸੁਣਿਓ ਕਿ ਇਹ ਬੀਜੇਪੀ ਨੇ ਹੀ ਕਰਾਏ ਨੇ। ਆਉਣ ਵਾਲੇ ਸਮੇਂ ਦੇ ਵਿੱਚ ਬਾਦਲਾਂ ਨਾਲ ਪੰਜਾਬ 'ਚੋਂ ਖੜਾ ਛੱਡ ਕੇ ਇੱਕ ਨਵੀਂ ਅਕਾਲੀ ਦਲ ਦੀ ਧਿਰ ਖੜੀ ਕੀਤੀ ਜਾਵੇ। ਇਹ ਗੱਲਾਂ ਹੋਈਆਂ ਸੀ, ਕੋਈ ਦੋ ਰਾਏ ਨਹੀਂ, ਬਿਲਕੁਲ ਲੋਕਾਂ ਨੇ ਕੀਤੀਆਂ ਜੀ। ਦੇਖੋ, ਕਿਆਸ ਰਾਈਆਂ ਲਾਉਣੀਆਂ ਹਰ ਇੱਕ ਆਮ ਆਦਮੀ ਦਾ ਇੱਕ ਫਰਜ਼ ਹੈ, ਕਿਆਸ ਰਾਈਆਂ ਜੀ। ਪਰ ਸੱਚਾਈ ਇਹ ਹੈ ਕਿ ਇਦਾਂ ਦੀ ਕੋਈ ਗੱਲ ਨਹੀਂ ਜੀ। ਬੇਸਿਕਲੀ ਜਿਹੜੀ ਟਕਸਾਲੀ ਪਾਰਟੀ ਤੇ ਹੁਣ ਢੀਂਡਸਾ ਪਰਿਵਾਰ, ਇਹ ਸਾਰੇ ਇਹ ਤਾਂ ਬੇਸਿਕਲੀ ਨਾ ਜੀ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜੋ ਫਾਊਂਡੇਸ਼ਨ 1920 ਚ ਹੋਈ ਸੀਗੀ, ਇਹ ਤਾਂ ਉਹਨਾਂ ਏਜੰਡਿਆਂ ਤੇ ਮੈਮੋਰੈਂਡਮਸ ਤੇ ਇਹਨੂੰ ਲਿਆਉਣਾ ਚਾਹੁੰਦੇ ਨੇ ਜੀ। ਇਹਨਾਂ ਨੂੰ ਪ੍ਰੋਬਲਮ ਬੀਜੇਪੀ ਨਾਲ ਨਹੀਂ ਸਮਝੌਤਾ ਹੋਊ ਆਉਣ ਵਾਲੇ ਸਮੇਂ 'ਚ ਕਦੇ ਵੀ। ਆਉਣ ਵਾਲੇ ਸਮੇਂ ਬਾਰੇ ਤਾਂ ਕਿਸੇ ਨੂੰ ਕੁਝ ਵੀ ਨਹੀਂ ਪਤਾ, ਪਰ ਜੋ ਅੱਜ ਦੇ ਹਾਲਾਤ ਨੇ, ਮੰਨ ਲਓ ਤੁਸੀਂ ਮੈਨੂੰ ਪੁੱਛਦੇ ਹੋ, ਮੰਨ ਲਓ ਮੈਂ ਜਿੱਥੋਂ ਹਲਕਾ ਇੰਚਾਰਜ ਹਾਂ ਇਸ ਪਾਰਟੀ ਦਾ, ਮੰਨ ਲਓ ਜੇ ਮੈਨੂੰ ਤੁਸੀਂ ਪੁੱਛੋ ਕਿ ਜੀ ਆਹ ਹਾਲਾਤਾਂ 'ਚ ਤੁਸੀਂ ਬੀਜੇਪੀ ਨਾਲ ਹੱਥ ਮਿਲਾਓਗੇ, ਮੈਂ ਕਹੂੰਗਾ ਸੌਰੀ, ਮੈਂ ਨਹੀਂ ਮਿਲਾਉਂਗਾ ਜੀ। ਅੱਗੇ ਹਾਲਾਤ ਚੇਂਜ ਹੋ ਜਾਂਦੇ ਨੇ, ਕੀ ਪਤਾ ਕੱਲ ਨੂੰ ਬੀਜੇਪੀ ਸਾਡੇ ਪੰਜਾਬ, ਦੇਖੋ ਆਪਣਾ ਏਜੰਡਾ ਤਾਂ ਮਿਸ਼ਨ ਸੇਵ ਪੰਜਾਬ ਆ ਜੀ। ਮੈਨੂੰ ਤੁਸੀਂ ਅੱਜ ਕਹਿ ਦਿਓ ਕਿ ਹੌਬੀ ਵੀਰ ਆਪਾਂ ਆਹ ਕੰਮ ਕਰਨਾ, ਇਹ ਕੰਮ ਪੰਜਾਬ ਦੇ ਹਿੱਤਾਂ ਲਈ, ਮੈਂ ਕਹੂੰਗਾ ਕਰੋ ਜੀ, ਬਿਲਕੁਲ। ਮੈਂ ਆਪਣਾ ਪਰਿਵਾਰ, ਪਾਰਟੀ ਤੇ ਸਾਰਾ ਕੁਝ ਪਿੱਛੇ ਛੱਡ ਦੂੰ, ਮੈਂ ਕਹੂੰਗਾ ਦੱਸੋ ਪੰਜਾਬ ਬਾਰੇ ਕੀ ਕਰਨਾ। ਗੱਲ ਇਹ ਹੈ ਵੀ ਜੇ ਆਉਣ ਵਾਲੇ ਸਮਿਆਂ 'ਚ ਜੇ ਬੀਜੇਪੀ ਪੰਜਾਬ ਨੂੰ ਈਕੋ ਫਰੈਂਡਲੀ ਮਾਹੌਲ ਦਿੰਦੀ ਹੈ, ਫਿਰ ਕੁਝ ਵੀ ਪੋਸੀਬਲ ਹੈ ਜੀ। ਕੀ ਪਤਾ ਬਾਦਲ ਦਲ ਹੀ ਵਾਪਸ ਚਲ ਜਾਵੇ, ਮੁੱਦਾ ਤਾਂ ਪੰਜਾਬ ਸੂਬੇ ਦਾ, ਪੰਜਾਬ ਦਾ ਬੈਨਰ ਹੀ ਹੋਣਾ ਚਾਹੀਦਾ, ਮਿਸ਼ਨ ਸੇਵ ਪੰਜਾਬ। ਮਤਲਬ ਮੋਟੇ ਲਫ਼ਜ਼ਾਂ 'ਚ ਮੈਂ ਵੀ ਕਹਿ ਸਕਦਾ ਕਿ ਰਾਜਨੀਤੀ ਦਾ ਕੋਈ ਯਕੀਨ ਨਹੀਂ, ਕਦੋਂ ਕਿਹਦੇ ਨਾਲ ਕਦੋਂ ਹੱਥ ਮਿਲਾ ਲਿਆ ਜਾਵੇ। ਇਹ ਤੁਸੀਂ ਗੱਲ ਬਿਲਕੁਲ ਠੀਕ ਕਹੀ ਹੈ। ਇਹਨੂੰ ਮੈਂ ਥੋੜਾ ਬਿਊਟੀਫਾਈ ਕਰ ਦੇਣਾ ਕਿ ਪੋਲਿਟਿਕਸ ਦਾ ਮਤਲਬ ਹੀ ਇਹ ਹੈ ਜੀ ਕਿ ਚੰਗੇ ਲਈ, ਹਾਂ ਉਹ ਵੱਖਰੀ ਗੱਲ ਹੈ, ਕੁਝ ਲੀਡਰਸ ਨੇ
ਜਿਵੇਂ ਹੁਣ 84 ਰॉयट्स ਕਾਂਗਰਸ ਨੇ ਕਰਵਾਤੇ ਜੀ, ਆਪਾਂ ਸਾਰਿਆਂ ਨੂੰ ਪਤਾ ਹੈ। ਜੀ, ਪਰ ਇਹਦੇ 'ਚ ਕੋਈ ਦੋ ਰਾਏ ਨਹੀਂ, ਜਿਹੜੀ ਰਾਜਨੀਤੀ ਹੈ ਨਾ, ਇਹ ਡੈਮੋਕ੍ਰੇਸੀ ਹੈ। ਮੇਰੇ ਅਕੋਰਡਿੰਗਲੀ ਤਾਂ ਇਹ ਹਰ ਇੱਕ ਬੰਦੇ 'ਚ ਹੋਣੀ ਚਾਹੀਦੀ ਹੈ, ਤਾਂ ਹੀ ਉਹ ਚੰਗੇ ਤੇ ਮਾੜੇ ਦੀ ਪਛਾਣ ਕਰਕੇ ਚੰਗੇ ਮਾੜੇ ਦਾ ਫੈਸਲਾ। ਮੇਰੇ ਹਿਸਾਬ ਨਾਲ ਤਾਂ ਰਾਜਨੀਤੀ ਥੋੜੇ ਕਾਲਜਾਂ ਦੀਆਂ ਪ੍ਰਧਾਨਗੀਆਂ ਤੋਂ ਸ਼ੁਰੂ ਹੋਣੀ ਚਾਹੀਦੀ। ਜੀ ਬਿਲਕੁਲ, ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ। ਉਹਦਾ ਰੀਜ਼ਨ ਹੈ ਨਾ ਜੀ, ਰਹੀ ਗੱਲ ਰਾਜਨੀਤਿਕ ਫੈਸਲਾ ਜਿਹੜਾ ਬੰਦਾ ਲੈ ਰਿਹਾ ਹੈ, ਕੀ ਉਹ ਲਾਲਚੀ ਹੈ, ਜੀ, ਉਹ ਨਿੱਜੀ ਸਵਾਰਥਾਂ ਵਾਲਾ ਬੰਦਾ ਹੈ, ਕਿ ਉਹ ਸੂਬੇ ਲਈ ਸੋਚ ਰਿਹਾ ਬਾਕੀ ਸੇਵਾ ਦਾ ਭਾਵਨਾ ਰੱਖਦਾ ਵਾ। ਸੋ ਰਾਜਨੀਤੀ ਤੇ ਯਕੀਨ ਨਾ ਕਰਨਾ, ਤੁਹਾਡੀ ਗੱਲ ਤੁਸੀਂ ਠੀਕ ਕਹੀ, ਪਰ ਮੈਂ ਉਹਨੂੰ ਬਿਊਟੀਫਾਈ ਕਰ ਰਿਹਾ। ਪੋਲਿਟਿਕਸ ਕੋਈ ਮਾੜੀ ਚੀਜ਼ ਨਹੀਂ ਹੈ। ਨਹੀਂ, ਬਿਲਕੁਲ ਨਹੀਂ ਜੀ। ਜੇ ਪੋਲਿਟਿਕਸ ਨਾ ਹੋਵੇ ਤਾਂ ਤੁਹਾਡੇ ਤੇ ਤਾਂ ਸਾਰੀ ਉਮਰ ਤੁਹਾਡੇ ਸੂਬੇ ਤੇ ਤੁਹਾਡੇ ਦੇਸ਼ ਤੇ ਰਾਸ਼ਟਰਪਤੀ ਰਾਜ ਹੀ ਲੱਗਿਆ ਰਵੇ। ਪਰ ਜੇ ਮੈਂ ਆਖਰ ਦੇ ਵਿੱਚ ਤੁਹਾਨੂੰ ਇਹੀ ਕਹਿਣਾ ਕਿ ਪੰਜਾਬ ਦਾ ਜੇ ਅੱਜ ਹਾਲਾਤ ਦੇਖੇ ਜਾਣ ਤਾਂ ਪੰਜਾਬ ਦੇ ਵਿੱਚ ਅਫਸਰਸ਼ਾਹੀ ਦਾ ਹੀ ਰਾਜ ਆ। ਮੈਨੂੰ ਲੱਗਦਾ ਲੋਕਾਂ ਦਾ ਬਹੁਤ ਧੱਕਾ ਹੋ ਰਿਹਾ ਵਾ। ਇਹਦੇ ਬਾਰੇ ਕੀ ਕਹੋਗੇ? ਇਹ ਤਾਂ ਇਹਨਾਂ ਦੇ ਮੰਤਰੀਆਂ ਨੂੰ ਸੋਚਣਾ ਚਾਹੀਦਾ ਜੀ। ਹੁਣ ਸਾਡੇ ਬੜੇ ਅੱਛੇ ਮੇਰੇ ਦੋਸਤ ਨੇ, ਲੁਧਿਆਣਾ ਵੈਸਟ ਤੋਂ MLA ਨੇ ਆਸ਼ੂ ਜੀ, ਆਪਣੇ ਪੰਜਾਬ ਦੇ ਵਜ਼ੀਰ ਵੀ ਨੇ। ਬਿਲਕੁਲ। ਹੁਣ ਮੈਂ ਕੱਲ ਸੁਣ ਰਿਹਾ ਸੀ, ਅਕਾਲੀ ਦਲ ਵਾਲਿਆਂ ਨੇ 4-5 ਲੀਡਰਸ ਨੇ ਕਾਨਫਰੰਸ ਕੀਤੀ ਹੈ ਕਿ ਅਸੀਂ ਉਹਨਾਂ ਦੇ ਘਰ ਦੇ ਬਾਹਰ ਧਰਨਾ ਲਾਉਣਾ। ਹੁਣ ਉਹ ਅਫਸਰਸ਼ਾਹੀ ਦੀ ਗੱਲ ਦੇਖਿਆ ਜਾਵੇ, ਇਹ ਤਾਂ ਇਹਨਾਂ ਦੇ ਵਜ਼ੀਰ ਅਫਸਰ, ਇਹਨਾਂ ਦੇ ਪੋਲੀਟੀਕਲ ਲੀਡਰਸ, ਵਜ਼ੀਰ MLA ਅਫਸਰਾਂ ਤੋਂ ਵੀ ਉੱਪਰ ਹੋਏ ਪਏ ਨੇ ਜੀ। ਇਹ ਤਾਂ ਹੁਣ ਉਹ ਕੋਈ ਘਟਾਲਾ ਜੀ ਇਹਨਾਂ ਦਾ ਜਿਹੜਾ ਪਿੱਛੇ ਹੋਇਆ ਪੈਸੇ ਪੂਸਿਆਂ ਦਾ, ਬੜੀ ਵਾਇਰਲ ਹੋ ਰਹੀ ਗੱਲ। ਉਹ ਰਾਹੁਲ ਲਈ ਪਤਾ ਨਹੀਂ ਮੰਗੇ ਨੇ ਕਿ ਸੱਚ ਹੈ ਕਿ ਝੂਠ ਹੈ। ਉਹ DM ਜਿਹੜਾ ਡਿਸਟ੍ਰਿਕਟ ਮੈਨੇਜਰ ਸੀਗਾ ਏਜੰਸੀ ਦਾ ਮਹਿਕਮੇ ਦਾ, ਉਹਨੂੰ ਸਸਪੈਂਡ ਕਰਤਾ ਚੱਕ ਕੇ। ਇਹ ਲੋਕਤੰਤਰ ਥੋੜੀ ਹੋਇਆ ਜੀ। ਸਗੋਂ ਉਹਦੀਆਂ ਗੱਲਾਂ ਨੂੰ ਸੁਣ ਕੇ ਬਣਦੀ ਇਨਕੁਆਇਰੀ ਕਰਕੇ ਕਾਰਵਾਈ ਕਰਨੀ ਚਾਹੀਦੀ। ਬਿਲਕੁਲ। ਸੋ ਜਿਹੜੀ ਤੁਸੀਂ ਅਫਸਰਸ਼ਾਹੀ ਦੀ ਗੱਲ ਕੀਤੀ ਹੈ, ਇਹਦੇ 'ਚ ਮੈਂ ਤੁਹਾਨੂੰ ਕੌੜਾ ਸੱਚ ਦੱਸਣਾ, ਅਫਸਰ ਆਪਦੀ ਜਾਨ ਬਚਾਉਣ ਨੂੰ ਫਿਰਦੇ ਪਏ ਨੇ ਇਸ ਵੇਲੇ। ਜੀ, 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 ਜੀ। ਅਫਸਰ ਤੁਹਾਡੇ ਵਰਗੇ, ਮੇਰੇ ਵਰਗੇ, ਇਹਦੇ ਵਰਗੇ ਕਾਮਨ ਮੈਨ ਨੂੰ ਕਿਉਂ? ਜੇ ਤੁਸੀਂ ਅੱਜ ਅਫਸਰਸ਼ਾਹੀ ਤੋਂ ਨਾਰਾਜ਼ ਹੋ ਤਾਂ ਉਹਦਾ ਰੀਜ਼ਨ ਉਹਨਾਂ ਦਾ ਆਪ ਦਾ ਜਿਹੜਾ ਰਵੱਈਆ ਨਹੀਂ ਹੈ, ਉਹਨਾਂ ਦੇ ਅੰਦਰ ਰਵੱਈਆ ਪੈਦਾ ਕਰ ਦਿੱਤਾ ਗਿਆ। ਜਦੋਂ ਅਫਸਰਾਂ ਤੋਂ ਕਰੋੜਾਂ ਰੁਪਏ ਮੰਗਣੇ ਨੇ, ਉਹ ਥਾਣਿਆਂ ਕਚਹਿਰੀਆਂ 'ਚ ਕੀ ਹੋਊਗਾ? ਜੀ। ਆਮ ਬੰਦੇ ਤੋਂ ਪੈਸੇ ਹੀ ਮੰਗੇ ਜਾਣਗੇ ਨਾ ਜੀ, ਮੁੱਲ ਹੀ ਪਊਗਾ ਨਾ ਆਮ ਬੰਦੇ ਦਾ। ਲੋਕਾਂ ਦਾ ਖੂਨ ਚੂਸਿਆ ਜਾਊਗਾ। ਉਹ ਕਾਰਨ ਕੀ ਹੈ? ਇਟ ਇਜ਼ ਪਲਾਂਟਡ। ਜੀ। ਅਫਸਰ ਤਾਂ ਪੀਸਫੁਲੀ ਜੌਬ, ਪੋਲੀਸ ਅਫਸਰ, ਮੈਂ ਨਾਮ ਨਹੀਂ ਲੈਣਾ, ਮੈਂ ਥੋੜੇ ਦਿਨ ਪਹਿਲਾਂ ਵੀ ਕਿਸੇ ਅਫਸਰ ਨੇ ਦੱਸਿਆ, ਕਹਿੰਦਾ ਬਾਈ ਜੀ ਮੈਂ ਤਾਂ ਸੋਚ ਰਿਹਾ ਬਦਲੀ ਕਰਾ ਕੇ ਪੁਲਿਸ ਲਾਈਨ 'ਚ ਚੱਲ ਜਾ। ਜੀ। ਇੰਨਾ ਮਾਨਸਿਕ ਪ੍ਰੈਸ਼ਰ। ਜੀ। ਇਹ ਤਾਂ ਕਾਂਗਰਸ ਸਰਕਾਰ ਦੀ ਤੇ ਪਾਰਟੀ ਦੀ ਰੀਤ ਰਹੀ ਹੈ ਜੀ। ਵੀ ਡਿਕਟੇਟਰਸ਼ਿਪ ਵਾਲੇ ਫੈਸਲੇ ਲੈਣੇ ਨੇ। 84 ਤੋਂ ਤੁਸੀਂ ਸ਼ੁਰੂ ਹੋਏ ਸੀ, ਉੱਥੇ ਆਪਾਂ ਦੁਬਾਰਾ ਆਉਂਦੇ ਆ। ਬਿਲਕੁਲ। ਉਹ ਇਹ ਹੈ ਵੀ ਕੌਮ ਨਾਲ ਤੁਹਾਡੇ ਇਨਸਾਫ ਆਪਣੇ ਨਾਲ ਤਾਂ ਨਹੀਂ ਹੋ ਰਿਹਾ ਕਿਉਂਕਿ ਜਿਹੜੀ ਪਹਿਲਾਂ ਇਹਨਾਂ ਨੇ ਕਾਰੇ ਕਰਤੇ ਤੇ ਹੁਣ ਜਿਹੜੇ ਖੇਤੀ ਕਾਨੂੰਨ ਕਨਾਨ, ਇਹ ਵੀ ਤਾਂ ਇੱਕ ਤਰ੍ਹਾਂ ਰॉयट्स ਸੀ ਨੇ, ਇਹ ਵੀ ਇੱਕ ਤਰ੍ਹਾਂ ਕਤਲ ਹੀ ਨੇ ਨਾ ਆਪਣੀਆਂ ਭਾਵਨਾਵਾਂ ਦੇ। ਬਿਲਕੁਲ ਕਤਲ ਹੈ। ਸੋ ਇੱਥੇ ਤਾਂ ਸਾਰੇ ਕੁੱਤੀ ਵੀ ਚੋਰ ਨਾਲ ਰਲੀ ਹੋਈ ਹੈ। ਤੁਸੀਂ ਕਿਹਦੇ ਤੋਂ ਕੀ ਆਸ ਰੱਖੋਗੇ? ਮੇਰੀ ਇਹ ਗਾਰੰਟੀ ਹੈ, ਜੇ ਸਹੀ ਲੋਕਤੰਤਰ ਦੀ ਸਰਕਾਰ ਬਣ ਜੇ ਨਾ, ਜੀ, ਚਾਹੇ ਉਹ ਤੀਜਾ ਫਰੰਟ ਬਣੇ, ਕੰਪੀਟੀਟਿਵ ਗਵਰਨਮੈਂਟ, ਕੰਪੀਟੀਟਿਵ, ਤੁਸੀਂ ਦੋ ਗੱਲਾਂ ਸਿਮਿਲਰ ਦੇਖੋਗੇ। ਹਿੰਦੁਸਤਾਨ ਦੀ ਗਵਰਨਮੈਂਟ 'ਚ ਵੀ ਇਸ ਵੇਲੇ ਕੰਪੀਟੀਸ਼ਨ ਨਹੀਂ ਹੈ। ਜੀ। ਉਹਨਾਂ ਦੀਆਂ 300 ਸੀਟਾਂ, ਇਹਨਾਂ ਦੀਆਂ 60 ਕੇ 50। ਪੰਜਾਬ 'ਚ ਵੀ ਇਹੀ ਕੁਝ ਹੋਇਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਹੁਮਤ ਨਾਲ ਜਿੱਤੀ, ਆਮ ਆਦਮੀ ਤੇ ਅਕਾਲੀ ਦਲ ਕੋਲੇ ਸੀਟਾਂ ਹੀ ਨਹੀਂ ਸੀਗੀਆਂ। ਉਹ ਕੰਪੀਟੀਸ਼ਨ ਨਾ ਹੋਣ ਕਰਕੇ ਡਿਕਟੇਟਰਸ਼ਿਪ ਫੈਸਲੇ ਲਏ ਜਾ ਰਹੇ ਨੇ। ਇਹ ਤੁਹਾਡੇ ਮੇਰੇ ਵੱਲੋਂ ਜੀ, 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 ਅਪੀਲ ਹੋਣੀ ਚਾਹੀਦੀ ਹੈ, ਜੋ ਇਸ ਸਾਰੀ ਇੰਟਰਵਿਊ ਦਾ ਮੋਰਲ ਹੈ ਜੀ, 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 ਕਿ ਜਦ ਤੱਕ ਨੌਜਵਾਨੀ ਨੂੰ ਯੂਥ ਅੱਗੇ ਨਹੀਂ ਆਉਂਦਾ, ਰਾਜਨੀਤੀ ਚ ਆਉਣਾ ਚਾਹੀਦਾ ਜੀ। ਬਿਲਕੁਲ। ਮੈਂ ਕਹਿੰਦਾ ਜੀ ਇਹ ਬਹੁਤ ਵੱਡੀ ਅਪੀਲ ਹੈ ਹਰ ਪਿੰਡ 'ਚ। ਜੀ। ਮੈਂ ਤਾਂ ਕਹਿੰਦਾ ਜੀ ਸਰਪੰਚੀ ਦੀਆਂ ਚੋਣਾਂ ਤੋਂ ਲੈ ਕੇ ਤੇ MLA ਦੀਆਂ ਤੱਕ ਜੀ। ਯੂਥ ਪਾਰਟਿਸਿਪੇਟ ਕਰੇ। ਸੋ ਬਹੁਤ ਵਧੀਆ ਗੱਲ ਕਹੀ ਆ ਜਸਪ੍ਰੀਤ ਹੌਬੀ ਜੀ ਨੇ ਕਿ ਜਦ ਤੱਕ ਨੌਜਵਾਨੀ ਅੱਗੇ ਨਹੀਂ ਆਉਂਦੀ, ਨੌਜਵਾਨੀ ਅੱਗੇ ਆਏਗੀ, ਇਮਾਨਦਾਰੀ ਨੌਜਵਾਨੀ ਆਏਗੀ, ਤਾਂ ਅਸੀਂ ਕੋਈ ਪੰਜਾਬ ਦੇ ਹੱਕਾਂ ਦੇ ਲਈ ਲੜ ਕੇ ਹੱਕ ਲੈ ਸਕਦੇ ਹਾਂ। ਨਹੀਂ ਤਾਂ ਪੰਜਾਬ ਦੇ ਨਾਲ ਧੱਕਾ 1947 ਤੋਂ ਪਹਿਲਾਂ ਦਾ ਵੀ ਹੁੰਦਾ ਆਇਆ ਤੇ ਹੁਣ ਵੀ ਹੋ ਰਿਹਾ। ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਇਸ ਸਾਰੇ ਜਿਹੜੇ ਘਟਨਾਕ੍ਰਮ ਹੋ ਰਹੇ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਲਈ, ਉਹ ਤੋਂ ਕਦੋਂ ਤੱਕ ਪੈਰ ਪਿੱਛੇ ਕਰਦੀਆਂ ਨੇ। ਧੰਨਵਾਦ। ਕੈਮਰਾਮੈਨ ਹੈਰੀ ਦੇ ਨਾਲ ਤਰਲੋਚਨ ਸਿੰਘ, ਪ੍ਰਾਈਮ ਮੁੱਦੇ, ਲੁਧਿਆਣਾ।